ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਤੇ ਅਸੀਂ ਰੋਜ਼ ਇੱਕ ਵੱਖਰੇ ਟੌਪਿਕ ਦੇ ਉੱਤੇ ਗੱਲ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਪੈਂਡੇਮਿਕ ਚੱਲ ਰਿਹਾ ਤਾਂ ਅਸੀਂ ਵਰਚੁਅਲ ਤਰੀਕੇ ਦੇ ਨਾਲ ਸਾਡੇ ਮਹਿਮਾਨ ਜੁੜਦੇ ਨੇ ਤੇ ਗੱਲਬਾਤ ਕੀਤੀ ਜਾਂਦੀ ਹੈ। ਮੌਜੂਦਾ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਛਵੀ ਹੈ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਹੈ, ਤਾਂ ਬਹੁਤ ਵੱਡੇ ਸਵਾਲ ਉੱਠੇ ਨੇ। ਤਾਂ ਇਦਾਂ ਕਹਿ ਲਓ ਕਿ ਜਿਹੜੇ ਖਾਕੀ ਦਾਗਦਾਰ ਹੋਈ ਹੈ, ਇੱਕ ਵਾਰ ਨਹੀਂ ਕਈ ਵਾਰ ਹੋਈ ਹੈ। ਹਾਲਾਂਕਿ ਹਰ ਡਿਪਾਰਟਮੈਂਟ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਨੇ, ਪਰ ਕੁਛ ਕਰਕੇ ਸਭ ਨੂੰ ਜਿਹੜਾ ਬਦਨਾਮੀ ਸਹਿਣੀ ਪੈਂਦੀ ਹੈ। ਚਾਹੇ ਉਹ ਫਗਵਾੜੇ ਦਾ ਮਾਮਲਾ ਹੋਵੇ ਜਾਂ ਹਾਲ ਹੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਵਿੱਚ, ਜਿੱਥੇ ASI ਦੇ ਵੱਲੋਂ ਜੋ ਕੁਝ ਕਾਰੇ ਕੀਤੇ ਗਏ ਨੇ। ਤਾਂ ਇਹਦੇ ਉੱਤੇ ਗੱਲਬਾਤ ਕਰਾਂਗੇ, ਸਾਡੇ ਨਾਲ ਮਾਹਰ ਜੁੜਨਗੇ ਤਾਂ ਉਹਨਾਂ ਤੋਂ ਜਾਣਾਂਗੇ ਕਿ ਆਖਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਕਿਉਂ ਰਹੀਆਂ ਨੇ, ਇਹਦੇ ਪਿਛਲੇ ਕਾਰਨ ਕੀ ਨੇ, ਕਿਉਂਕਿ ਇਹਨਾਂ ਦੀ ਪੜਚੋਲ ਬਹੁਤ ਜ਼ਰੂਰੀ ਹੈ। ਮਹਿਮਾਨਾਂ ਦੇ ਨਾਲ ਤੁਹਾਡਾ ਤਾਰੁਫ ਕਰਾ ਦਿੰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਬਲਦੇਵ ਸਿੰਘ ਨੇ, ਸਾਬਕਾ ਡਿਪਟੀ ਡਾਇਰੈਕਟਰ ਨੇ ਤੇ ਮੰਨੇ ਹੋਏ ਸਿੱਖਿਆ ਮਾਹਰ ਨੇ। ਡਾਕਟਰ ਸਾਹਿਬ ਸਵਾਗਤ ਹੈ ਜੀ। शुक्रिया जी, मेहरबानी सर। ਤੇ ਸਮਾਜ ਵਿਗਿਆਨੀ ਨੇ ਡਾਕਟਰ ਸੁਖਦੇਵ ਸਿੰਘ, ਸਾਡੇ ਨਾਲ ਜੁੜਨਗੇ। ਇਹਨਾਂ ਤੋਂ ਵੀ ਜਾਣਾਂਗੇ ਸਮਾਜਿਕ ਤਾਣਾ ਬਾਣਾ ਕਿ ਕਿਉਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਤਾਂ ਪਹਿਲਾ ਸਵਾਲ ਡਾਕਟਰ ਸੁਖਦੇਵ ਸਿੰਘ ਤੋਂ ਲੈ ਲੈਂਦੇ ਹਾਂ, ਸਮਾਜ ਵਿਗਿਆਨੀ ਨੇ। ਡਾਕਟਰ ਸਾਹਿਬ, ਸਿੱਧੇ ਤੌਰ ਤੇ ਪਹਿਲਾ ਸਵਾਲ ਜਾਂਦਾ, ਚੰਗੀਆਂ ਤਨਖਾਹਾਂ ਨੇ, ਚੰਗਾ ਰੁਤਬਾ ਹੁੰਦਾ ਪੁਲਿਸ ਮੁਲਾਜ਼ਮ ਦਾ ਜਾਂ ਜਿਹੜੀ ਵੀ ਪੋਸਟ ਹੁੰਦੀ ਹੈ ਸਮਾਜ ਦੇ ਵਿੱਚ, ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੇ ਇਸ ਤਰ੍ਹਾਂ ਦੇ ਕਾਰਨ ਨੇ, ਇਸ ਤਰ੍ਹਾਂ ਦੀਆਂ ਹਰਕਤਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਬਿਲਕੁਲ ਵੀ ਕਿਤੇ ਅਸੈਪਟੇਬਲ ਨਹੀਂ ਹੈਗੀਆਂ, ਹੁੰਦੀਆਂ ਕਿਉਂ ਨੇ? ਇਹਦੇ ਕਾਰਨ ਕੀ ਨੇ? ਸਭ ਤੋਂ ਬੇਸਿਕ ਤੇ ਮੁੱਢਲਾ ਕਾਰਨ ਕੀ ਮੰਨਦੇ ਹੋ? ਗਗਨ ਜੀ, ਪਹਿਲਾਂ ਤਾਂ ਸਾਰਿਆਂ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਜੀ ਜੀ। ਤੇ ਆਪਾਂ ਸ਼ੁਰੂ ਕਰਦੇ ਹਾਂ। ਜੋ ਇਹ ਮੰਦਭਾਗੀ ਘਟਨਾਵਾਂ ਹੋ ਰਹੀਆਂ ਨੇ, ਜੋ ਇੱਕ ਯੂਨੀਫਾਰਮ ਦੇ ਵਿੱਚ ਜਾਂ ਸਾਡੀਆਂ ਵਰਦੀਧਾਰੀ ਜਿਹੜੇ ਬੰਦੇ ਨੇ ਉਹ ਸਾਡੇ ਸਮਾਜ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਜਾਂ ਉਹ ਘਟਨਾਵਾਂ ਵਾਪਰੀਆਂ ਨੇ ਜਿਹੜੀਆਂ ਸਮਾਜ ਵਿੱਚ ਹੋਣੀਆਂ ਨਹੀਂ ਚਾਹੀਦੀਆਂ। ਸਗੋਂ ਸੁਣ ਕੇ ਜਾਂ ਪੜ੍ਹ ਕੇ, ਅਖਬਾਰ ਪੜ੍ਹ ਕੇ ਬਹੁਤ ਦਿਲ ਦੁਖਦਾ ਹੈ। ਕੋਈ ਵੀ ਸੰਵੇਦਨਸ਼ੀਲ ਵਿਅਕਤੀ ਹੈ ਬਹੁਤ ਦੁਖੀ ਹੁੰਦਾ ਹੈ ਇਸ ਨੂੰ ਪੜ੍ਹ ਕੇ। ਸੋ ਕਹਿਣ ਦਾ ਮਤਲਬ ਗਗਨ ਜੀ ਇਹ ਹੈ ਵੀ ਜੋ ਸਾਡੇ ਸਮਾਜ ਦੇ ਵਿੱਚ ਸਾਡੀ ਸ਼ਕਤੀ ਪ੍ਰਦਰਸ਼ਨ, ਜਿਹਨੂੰ ਅੰਗਰੇਜ਼ੀ 'ਚ ਪਾਵਰ ਸਟਰਕਚਰ ਕਹਿੰਦੇ ਆ, ਜਿਹੜਾ ਫੂਡਲ ਜਾਂ ਜਗੀਰੂ ਸਮਾਜ ਹੈ ਨਾ ਸਾਡਾ ਜੀ, ਅਜੇ ਤੰਦਾਂ ਸਾਡੀਆਂ ਉੱਥੇ ਜੁੜਦੀਆਂ ਨੇ ਕਿ ਕਿਸੇ ਨੂੰ ਜੋ ਪਾਵਰ ਮਿਲ ਜਾਂਦੀ ਹੈ, ਸ਼ਕਤੀ ਮਿਲ ਜਾਂਦੀ ਹੈ, ਉਸ ਸ਼ਕਤੀ ਨੂੰ ਉਹ ਲਿਮਿਟ 'ਚ ਨਾ ਰਹਿ ਕੇ ਉਸ ਦਾ ਮਿਸਯੂਜ਼ ਵੱਧ ਜਾਂਦਾ ਹੈ। ਤਾਂ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਵਰਤਦੀਆਂ ਨੇ ਜੋ ਸਾਡੇ ਦਿਮਾਗ ਦੇ ਵਿੱਚ, ਸਾਡੇ ਕਲਚਰਲ ਜਾਂ ਸੱਭਿਆਚਾਰਕ ਪੈਟਰਨ ਬੈਠੇ ਨੇ ਸਮਾਜ ਦੇ ਨਾਤੇ, ਸਮਾਜ ਦੇ ਨਾਤੇ ਮੈਂ ਦੱਸੂਗਾ ਕਿ ਜੋ ਸਾਡੇ ਸਮਾਜ ਦੇ ਵਿੱਚ ਬਹੁਤ ਸਦੀਆਂ ਤੋਂ ਇੱਕ ਚੱਲੀ ਆ ਰਿਹਾ ਹੈ ਕਿ ਵੀ ਜਿਹੜੀਆਂ ਵੂਮਨਸ ਨੇ ਉਹਨਾਂ ਨੂੰ ਤਾਂ ਅਸੀਂ ਇਸ ਤਰ੍ਹਾਂ ਦੇਖਣਾ ਹੈ। ਪਾਵਰ ਸਟਰਕਚਰ ਜਿਹੜਾ ਜਗੀਰੂ ਸਮਾਜ ਦੀਆਂ ਜਿਹੜੀਆਂ ਅਜੇ ਵੀ ਨਿਸ਼ਾਨੀਆਂ ਸਾਡੇ ਦਿਮਾਗ 'ਚ ਬੈਠੀਆਂ ਹੋਈਆਂ ਨੇ, ਭਾਵੇਂ ਉਹ ਬੰਦਾ ਕਿਤੋਂ ਵੀ ਆਇਆ, ਪਿੰਡਾਂ 'ਚੋਂ ਆਇਆ, ਬਟ ਉਹਦੇ ਦਿਮਾਗ ਦੇ ਵਿੱਚ ਉਹ ਜਿਹੜਾ ਪੁਰਾਣਾ ਸਾਈਕੀ ਬੈਠੀ ਹੋਈ ਹੈ, ਜਿਹਨੂੰ ਮਨੋਵਿਗਿਆਨ ਕਹਿੰਦੇ ਆ, ਕਿ ਉਹ ਬੈਠਾ ਹੋਇਆ ਕਿ ਜਿਹੜੀ ਮੇਰੇ ਕੋਲ ਸ਼ਕਤੀ ਆ ਗਈ ਹੈ ਨਾ ਜੀ, ਮੈਂ ਮਾਲਕ ਹਾਂ। ਚਾਹੇ ਉਹ ਟ੍ਰੈਡੀਸ਼ਨਲ ਸ਼ਕਤੀ ਹੈ, ਚਾਹੇ ਉਹ ਬਿਊਰੋਕ੍ਰੈਟਿਕ ਜਾਂ ਪੁਲਿਸ ਰਾਹੀਂ ਸ਼ਕਤੀ, ਸਰਦਾਰੀ ਵਾਲੀ ਜਿਹੜੀ ਫੀਲਿੰਗ ਚੱਕੀ ਹੁੰਦੀ ਹੈ ਜੀ ਜੀ, ਉਹ ਸਰਕਾਰੀ ਫੀਲਿੰਗ ਹੈ। ਉਹ ਜ਼ੋਰ ਜ਼ਬਰ ਵਾਲੀ ਜਿਹੜੀ ਫੀਲਿੰਗ ਹੈ ਇਨਸਾਨੀ ਦੀ, ਪੈਟਰੀਆਰਕਲ, ਜਿਹਨੂੰ ਮਨ ਤੋਂ ਆਪਾਂ ਕਹਿੰਦੇ ਆ ਕਿ ਮੈਸਕੁਲਿਨਿਟੀ ਜਾਂ ਮੇਰੀ ਬੰਦੇ ਦੀ ਤਾਕਤ ਹੈ, ਬਲ ਸ਼ਕਤੀ ਹੈ। ਅਜੇ ਗਗਨ ਜੀ ਉਹ ਸਮਾਜ ਦੇ ਵਿੱਚ ਮਨ, ਉਹ ਸਾਡੇ ਮਨ 'ਚ ਪ੍ਰਵੇਲ ਕਰਦੀ ਹੈ, ਕਿਉਂਕਿ ਸਾਡੇ ਸਮਾਜ ਟ੍ਰਾਈਬਲ ਸਮਾਜਾਂ ਤੋਂ ਉੱਭਰ ਕੇ ਆਏ ਹੋਏ ਨੇ ਬਾਹਰ। ਤੇ ਅਜੇ ਲੰਬਾ ਸਮਾਂ ਨਹੀਂ ਹੋਇਆ, 100 ਕੁ ਸਾਲ ਪਹਿਲਾਂ ਸਾਡਾ ਸਾਰਾ ਸਮਾਜ ਟ੍ਰਾਈਬਲ ਸੀ। ਤੇ ਉਹ ਜਿਹੜੀਆਂ ਟ੍ਰੈਡੀਸ਼ਨ ਮਨ 'ਚ ਬੈਠੀਆਂ ਹੋਈਆਂ ਨੇ ਜਾਂ ਉਹ ਧਾਰਾਵਾਂ ਬੈਠੀਆਂ ਹੋਈਆਂ ਨੇ ਮਨ ਦੇ ਵਿੱਚ, ਉਹ ਜਦੋਂ ਸਾਨੂੰ ਵਰਦੀ ਵੀ ਮਿਲ ਜਾਂਦੀ ਹੈ ਤਾਂ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਦੇ ਨੇ ਕਿ ਸਾਡੇ ਕੋਲ ਸ਼ਕਤੀ ਵੀ ਆ ਗਈ, ਵਰਦੀ ਵੀ ਆ ਗਈ, ਮੇਲ ਵੀ ਹੈਗੇ ਆ ਅਸੀਂ, ਤੇ ਸੋ ਦੈਟ ਕਿ ਅਸੀਂ ਵੂਮਨ ਦੇ ਨਾਲ ਅਸੀਂ ਕੁਛ ਵੀ ਜ਼ਬਰਦਸਤੀ ਜਾਂ ਉਹਨਾਂ ਨੂੰ ਇੰਪਲੀਕੇਟ ਕਰਕੇ, ਕੁਛ ਵੀ ਕਰਕੇ ਅਸੀਂ ਕਿਸੇ ਬਹਾਨੇ ਉਹਨਾਂ ਨੂੰ ਮਤਲਬ ਮਿਸਯੂਜ਼ ਕਰ ਸਕਦੇ ਹਾਂ। ਠੀਕ ਹੈ, ਠੀਕ ਹੈ। ਇੱਕ ਡਾਕਟਰ ਬਲਦੇਵ ਸਿੰਘ ਹੋਰੇ ਵੀ ਸਾਡੇ ਨਾਲ ਨੇ। ਡਾਕਟਰ ਸਾਹਿਬ, ਤੁਸੀਂ ਇਹਦੇ ਵਿੱਚ ਜਿਹੜਾ ਸਿੱਖਿਆ ਪ੍ਰਣਾਲੀ ਦਾ ਵੀ ਮੰਨਦੇ ਹੋ ਕਿਤੇ ਨਾ ਕਿਤੇ ਕੋਈ ਖਾਮੀ ਹੈਗੀ ਹੈ ਕਿ ਅਪਬ੍ਰਿੰਗਿੰਗ ਹੈ ਜਾਂ ਕਹਿ ਲਓ ਸਕੂਲਿੰਗ ਹੈ, ਉਹੀ ਚੀਜ਼ਾਂ ਜਿਵੇਂ ਹੁਣੇ ਡਾਕਟਰ ਸਾਹਿਬ ਕਹਿ ਕੇ ਹਟੇ ਨੇ? ਸਰ ਏਦਾਂ, ਜਿਸ ਤਰ੍ਹਾਂ ਅੱਜ ਦਾ ਤੁਸੀਂ ਵਿਸ਼ਾ ਲਿਆ ਹੈ, ਮੈਂ ਇਹਨੂੰ ਇੱਕ ਹੋਰ ਐਂਗਲ ਤੋਂ ਦੇਖਣਾ ਚਾਹੁੰਦਾ। ਇਹ ਪੁਲਿਸ ਦਾ ਜਾਂ ਜਿਹਦੇ ਕੋਲ ਚੇਅਰ ਆ ਜਾਂ ਜਿਹਦੇ ਕੋਲ ਪਾਵਰ ਆ, ਉਹਦਾ ਮਿਸਬੀਹੇਵੀਅਰ ਆ, ਉਹ ਆਪਣੀ ਪਾਵਰ ਮਿਸਯੂਜ਼ ਕਰਦਾ, ਜਿਸ ਤਰ੍ਹਾਂ ਸਾਡੇ ਪਹਿਲੇ ਬੁਲਾਰੇ ਨੇ ਕਿਹਾ ਹੈ। ਜੀ ਜੀ। ਮੇਰੇ ਕਹਿਣ ਦਾ ਮਤਲਬ ਕਿ ਮਿਸਯੂਜ਼ ਤਾਂ ਕਰ ਸਕਦਾ, ਉਹ ਕਰ ਰਿਹਾ, ਠੀਕ ਹੈ, ਉਹਨੂੰ ਅਥਾਰਟੀ ਮਿਲ ਗਈ, ਪਰ ਸਵਾਲ ਇਹ ਪੈਦਾ ਹੁੰਦਾ ਸਾਡਾ ਕਾਨੂੰਨ ਕਿੱਥੇ ਹੈ? ਅਗਰ ਮੈਂ ਇਹ ਨਹੀਂ ਚਾਹੁੰਦਾ, ਅਗਰ ਮੈਂ ਕਿਸੇ ਨੂੰ ਵੀ ਮੈਨੂੰ ਕੋਈ ਬੁਰਾ ਲੱਗਦਾ, ਇਹ ਨਹੀਂ ਕਿ ਮੈਂ ਉਹਨੂੰ ਮੌਤ ਦੇ ਘਾਟ ਉਤਾਰ ਦਿਆਂ, ਉਹਨੂੰ ਮਿਸਬਿਹੇਵ ਕਰਾਂ ਜਾਂ ਉਸ ਦਾ ਜੋ ਵੀ ਮਤਲਬ ਮੈਂ ਉਹਦਾ ਵੀ ਕੁਛ ਵੀ ਗਲਤ ਕਰ ਸਕਦਾ ਕਰ ਦੇ। ਮੈਂ ਸਾਡੇ ਕੋਲ ਕਾਨੂੰਨ ਦੇ, ਅਸੀਂ ਕਹਿੰਦੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਹਨ। ਕਾਨੂੰਨ ਦੇ ਹੱਥ ਲੰਬੇ ਉੱਥੇ ਹਨ ਜਿੱਥੇ ਵਿਕਟਮ ਨੂੰ ਅਸੀਂ ਵਿਕਟਮਾਈਜ਼ ਕਰਨਾ ਹੈ, ਜਿੱਥੇ ਸਾਡੇ ਕੋਲੇ ਪੁਲਿਸ ਦੀ ਸ਼ਕਤੀ ਆ, ਕਾਨੂੰਨ ਦੀ ਸ਼ਕਤੀ ਆ। ਕਾਨੂੰਨ ਸਾਡੇ ਕੋਲ ਕਿੱਥੇ ਆ? ਜੇ ਲੱਗਦਾ ਹੈ ਕਿ
ਪਹਿਲੇ ਜਿਸ ਤਰ੍ਹਾਂ ਬੁਲਾਰੇ ਨੇ ਕਿਹਾ, ਮੈਂ ਥੋੜਾ ਜਿਹਾ ਲੱਗ ਜਾਣਾ ਚਾਹੁੰਦਾ। ਜੀ ਫਰਜ਼ ਕੀਤਾ ਸਾਨੂੰ ਪਾਵਰ ਮਿਲ ਗਈ, ਪਰ ਸਾਨੂੰ ਅਗਰ ਅਸੀਂ ਮਿਸਯੂਜ਼ ਕਰ ਰਹੇ ਹਾਂ ਤਾਂ ਇਹਨਾਂ ਪੁਲਿਸ ਵਾਲਿਆਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕਦਾ ਹੈ, ਇਹਨੂੰ ਪਨਿਸ਼ਮੈਂਟ ਦਿੱਤੀ ਜਾ ਸਕਦੀ। ਸਵਾਲ ਇਹ ਪੈਦਾ ਹੁੰਦਾ ਕਿ ਇਹ ਸਾਡਾ ਕਾਨੂੰਨ ਇਹਨਾਂ ਜਿਹੜੇ ਕ੍ਰਿਮੀਨਲਸ ਨੂੰ ਪਨਿਸ਼ਮੈਂਟ ਦੇਣ ਤੋਂ ਘਬਰਾਉਂਦਾ ਕਿਉਂ ਆ, ਕਿ ਡਰਦਾ ਉਹਨਾਂ ਤੋਂ, ਕਿਉਂਕਿ ਪੁਲਿਸ ਦੇ ਕੋਲੇ ਸ਼ਕਤੀ ਆ, ਇਹਨਾਂ ਨੇ ਆਪਦੀ ਜਿਹੜੀ ਪਨਿਸ਼ਮੈਂਟ ਖੁਦ ਤੈਅ ਕਰਨੀ ਹੈ, ਖੁਦ ਇਨਕੁਆਇਰੀਆਂ ਕਰਨੀਆਂ ਹਨ। ਇਸ ਕਰਕੇ ਸਾਡੇ ਦੇਸ਼ ਵਿੱਚ ਸਭ ਤੋਂ ਵੱਡਾ ਮਸਲਾ ਕੀ ਹੈ? ਕਤਲੋ-ਗਾਰਤ ਕਿਉਂ ਵੱਧ ਰਹੀ ਹੈ, ਰੇਪ ਕਿਉਂ ਹੋ ਰਹੇ ਹਨ, ਔਰਤਾਂ ਨਾਲ ਮਿਸਬਿਹੇਵ ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਨੂੰ ਪਤਾ, ਕ੍ਰਿਮੀਨਲਸ ਨੂੰ ਬੜਾ ਕਲੀਅਰ ਹੈ ਕਿ ਅਸੀਂ ਜੋ ਮਰਜ਼ੀ ਕਰ ਦਈਏ, ਜੋ ਮਰਜ਼ੀ ਕ੍ਰਾਈਮ ਕਰ ਦਈਏ, ਅਸੀਂ ਸਕਾਡ ਫ੍ਰੀ, ਜੋ ਵੀ ਮਰਜ਼ੀ ਇਨਕੁਆਇਰੀ ਹੋ ਜਾਏ, ਇਨਕੁਆਇਰੀ ਸਾਡੇ ਫੇਵਰ ਹੋਏਗੀ, ਅਸੀਂ ਬਿਲਕੁਲ ਬਚ ਕੇ ਬਾਹਰ ਆ ਜਾਾਂਗੇ ਤੇ ਆਪਣੀ ਜ਼ਿੰਦਗੀ ਦਾ ਪੂਰਾ ਆਨੰਦ ਮਾਣਾਂਗੇ। ਪੇਚੀਦਗੀਆਂ ਬਹੁਤ ਨੇ। ਤੁਸੀਂ ਠੀਕ ਕਹਿ ਰਹੇ ਹੋ ਜੀ। ਬਿਲਕੁਲ ਕਾਨੂੰਨ ਦੀ ਹੋਂਦ ਨਜ਼ਰ ਨਹੀਂ ਆ ਰਹੀ। ਬਿਲਕੁਲ ਠੀਕ ਹੈ ਗੱਲ। ਕਾਨੂੰਨ ਦੇ ਹੱਥ ਤੱਕ ਕਿਸੇ ਨੇ ਮੰਨੇ ਨਹੀਂ ਹੈਗੇ। ਇਟ ਮੀਨਸ ਇਹ ਆ, ਜਿਨ੍ਹਾਂ ਦੇ ਹੱਥ 'ਚ ਕਾਨੂੰਨ ਹੈ ਉਹ ਕਾਨੂੰਨ ਤੋੜ ਮਰੋੜ ਕੇ ਆਪਣੀ ਮਰਜ਼ੀ ਨਾਲ ਉਹਨਾਂ ਨਿਹੱਤੇ ਬੰਦੇ ਲਾਗੂ ਕਰਦੇ ਆ, ਜਿਸ ਨੂੰ ਦੁਖੀ ਕਰਨਾ ਚਾਹੁੰਦੇ ਆ, ਉਹਨਾਂ ਨੂੰ ਹਰਾਸਮੈਂਟ ਕਰਨੀ ਚਾਹੁੰਦੇ ਆ। ਇਹ ਮੈਂ ਕਾਨੂੰਨ ਜਾਂ ਸਾਡਾ ਕੋਰਟ ਦਾ ਸਿਸਟਮ ਹੈ, ਕੋਰਟ ਦਾ ਸਿਸਟਮ ਹੀ ਲੱਗਦਾ ਜਸਟਿਸ ਨਹੀਂ ਦੇ ਰਿਹਾ। ਇੱਥੇ ਸਾਨੂੰ ਪ੍ਰੋਬਲਮ ਆ ਰਹੀ ਹੈ। ਸਾਡੇ ਕੋਲੇ ਮੰਤਰੀ ਹਨ, ਸਾਡੇ ਕੋਲ MLA ਹਨ, ਸਾਡੇ ਕੋਲ MP ਹਨ। ਕਿ ਉਹ ਜਦੋਂ ਅਸੀਂ ਚੁਣਦੇ ਹਾਂ, ਅਸੀਂ ਇਸੇ ਕਰਕੇ ਉਹਨੂੰ ਇਲੈਕਟ ਕਰਦੇ ਹਾਂ ਕਿ ਉਹ ਸਾਡੇ ਦੇਸ਼ ਵਿੱਚ ਕਾਨੂੰਨ ਦਾ ਰਾਜ ਲੈ ਕੇ ਆਉਣਗੇ, ਪਰ ਉਹ ਬੁਰੀ ਤਰ੍ਹਾਂ ਫੇਲ ਹੁੰਦੇ ਹਨ। ਜਿਹੜੇ ਕਾਨੂੰਨ ਦੇ ਘਾੜੇ ਹਨ ਉਹ ਖੁਦ ਹੀ ਕਾਨੂੰਨ ਤੋੜਦੇ ਹਨ। ਇਟ ਮੀਨਸ ਅਸੀਂ ਕਿੰਨੇ ਬਚਾ ਰਹੇ ਹਾਂ, ਸਾਨੂੰ ਹੈਰਾਨੀ ਹੋ ਰਹੀ ਆ। 138 ਕਰੋੜ ਦੀ ਆਬਾਦੀ ਇਹਨਾਂ ਹੈਂਡਫੁਲ ਕ੍ਰਿਮੀਨਲਸ ਨੂੰ ਸਲਾਖਾਂ ਪਿੱਛੇ ਸਿੱਟਣ 'ਚ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ। ਇਹਨੂੰ ਸਾਨੂੰ ਸੋਚਣ ਦੀ ਲੋੜ ਹੈ। ਮੈਂ ਸਮਝਦਾ ਵੀ ਅਸੀਂ ਇਹ ਨਹੀਂ ਮੰਨਣ ਨੂੰ ਤਿਆਰ ਵੀ ਉਹਦੀ ਸਾਈਕੋਲੋਜੀ ਕੀ ਹੈ। ਸਾਈਕੋਲੋਜੀ ਕੁਝ ਵੀ ਹੋਵੇ, ਅਗਰ ਮੈਨੂੰ ਕੋਈ ਦੇਖਣ ਨੂੰ ਪਤਾ ਬੁਰਾ ਲੱਗਦਾ, ਕਿ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਨੂੰ ਮਾਰ ਦਿਆਂ, ਕਤਲੋ-ਗਾਰਤ ਕਰਦੇ ਆਂ। ਅੱਛਾ ਡਾਕਟਰ ਬਲਦੇਵ ਜੀ, ਇਹ ਵੀ ਮੰਨਦੇ ਹੋ ਕਿ ਸਜ਼ਾਵਾਂ ਜਿਹੜੀਆਂ ਸਖਤ ਸਜ਼ਾਵਾਂ ਨਹੀਂ ਹੁੰਦੀਆਂ, ਕੁਝ ਨੂੰ ਜਿਹੜਾ ਕੀਤਾ ਜਾਂਦਾ ਵਾ ਬਰਖਾਸਤ ਕਹਿੰਦੇ ਕਰ ਦੋ, ਜਾਂ ਉਸ ਤੋਂ ਬਾਅਦ ਉਹ ਫਿਰ ਤੋਂ ਡਿਊਟੀਆਂ ਜੁਆਇਨ ਕਰ ਜਾਂਦੇ ਨੇ, ਜਾਂ ਉਸ ਤੋਂ ਮੁਅੱਤਲ ਕੀਤਾ ਜਾਂਦਾ, ਫਿਰ ਤੋਂ ਡਿਊਟੀਆਂ ਜੁਆਇਨ ਕਰ ਜਾਂਦੇ ਨੇ, ਅੱਧੀਆਂ ਤਨਖਾਹਾਂ ਹੋ ਜਾਂਦੀਆਂ ਨੇ। ਇਹ ਵੀ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇੱਕ ਮਿਸਾਲ ਨਹੀਂ ਬਣ ਪਾਉਂਦੀ ਕਦੇ ਵੀ ਕਿ ਸਖਤਾਈ ਦੇ ਨਾਲ ਇੱਕ ਬੰਦਾ ਟੰਗਤਾ। ਜੀ ਗਗਨ ਜੀ, ਕਿ ਸਾਨੂੰ ਇਸ ਗੱਲ ਦੀ ਬੜੀ ਹੈਰਾਨੀ ਹੋ ਰਹੀ ਆ ਕਿ ਪੁਲਿਸ ਵਾਲੇ ਨੂੰ ਆਮ ਤੌਰ ਤੇ ਸਜ਼ਾ ਬੜੀ ਘੱਟ ਹੁੰਦੀ ਹੈ। ਸਾਡੇ ਕੋਲੇ ਆਪਣੇ ਸੈਣੀ ਸਾਹਿਬ ਦਾ ਮਸਲਾ ਸਾਡੇ ਸਾਹਮਣੇ ਸਾਰੇ ਡੇਲੀ ਨਿਊਜ਼ਪੇਪਰ 'ਚ ਆ ਰਿਹਾ, ਉਹਦੇ ਖਿਲਾਫ ਬੜੇ ਕੇਸ ਦਰਜ ਹੋਏ ਹਨ, ਠੀਕ ਹੈ ਨਾ। ਪਰੰਤੂ ਲੱਗਦਾ ਇਹ ਕਾਨੂੰਨ ਫੇਲ ਹੋ ਗਿਆ ਕਿ ਉਹਨੂੰ ਕਿਸੇ ਲੌਜੀਕਲ ਐਂਡ ਤੇ ਨਹੀਂ ਲਿਜਾ ਸਕਿਆ, ਠੀਕ ਹੈ ਨਾ। ਮੇਰੇ ਕਹਿਣ ਦਾ ਮਤਲਬ ਸਜ਼ਾਵਾਂ ਤਾਂ ਹੁੰਦੀਆਂ ਹੀ ਨਹੀਂ ਗੀਆਂ। ਖਾਸ ਤੌਰ ਤੇ ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਦੇ ਹੱਥ 'ਚ ਕਾਨੂੰਨ ਆ, ਜਿਨ੍ਹਾਂ ਦੇ ਹੱਥ 'ਚ ਪਾਵਰ ਆ, ਉਹਨਾਂ ਨੂੰ ਸਜ਼ਾ ਕੋਈ ਨਹੀਂ ਹੁੰਦੀ। ਉਹ ਪਾਵਰ ਦਾ ਇੰਜੋਇਮੈਂਟ ਕਰਦੇ ਹਨ, ਗੱਡੀਆਂ ਮੋਟਰਾਂ ਹਰ ਟਾਈਪ ਦਾ ਉਹਨਾਂ ਕੋਲ ਤਨਖਾਹਾਂ ਲੈਂਦੇ ਹਨ। ਹੁਣ ਤੁਸੀਂ ਗੱਲ ਕੀਤੀ ਕਿ ਕਿਸੇ ਜਿਹੜਾ ਕ੍ਰਿਮੀਨਲ ਨੂੰ ਹੁਣ ਤੁਸੀਂ ਕਹਿੰਦੇ ਸਸਪੈਂਡ ਕੀਤਾ ਗਿਆ। ਮੈਂ ਖੁਦ ਪੰਜਾਬ ਗਵਰਨਮੈਂਟ ਦਾ ਕਲਾਸ 1 ਆਫੀਸਰ ਰਿਹਾ। ਮੈਂ ਇਸ ਨੂੰ ਕਹਿਣਾ ਚਾਹਾਂਗਾ ਕਿ ਜਿਹੜੀ ਸਸਪੈਂਸ਼ਨ ਹੈ, ਨੋ ਪਨਿਸ਼ਮੈਂਟ ਐਟ ਆਲ, ਕਿਉਂਕਿ 6 ਮਹੀਨੇ ਬਾਅਦ, 6 ਮਹੀਨੇ ਤੋਂ ਵਿਹਲਾ ਰਹੇਗਾ, 6 ਮਹੀਨੇ ਬਾਅਦ ਉਹਨੂੰ ਸਾਰੀ ਤਨਖਾਹ ਮਿਲ ਜਾਏਗੀ, ਸਾਰੇ ਭੱਤੇ ਮਿਲ ਜਾਣੇ ਆ, ਤੇ ਉਸ ਨੂੰ ਡਿਊਟੀ ਪੀਰੀਅਡ ਵੀ ਕਾਊਂਟ ਕਰ ਲਿਆ ਦਿੱਤਾ ਜਾਣਾ। ਜਿਹੜੇ ਬੰਦੇ ਦੀ ਹਰਾਸਮੈਂਟ ਹੋਈ ਹੈ, ਜਿਹੜੇ ਬੰਦੇ ਨੂੰ ਉਸਨੇ ਮੁਸ਼ਕਲਾਂ ਪੈਦਾ ਕੀਤੀਆਂ, ਉਹਦਾ ਤਾਂ ਸਤਿਆਨਾਸ਼ ਹੋ ਗਿਆ ਨਾ। ਉਹ ਪਤਾ ਨਹੀਂ ਜਿਉਂਦਾ ਜਾਂ ਮਰਦਾ, ਕਾਨੂੰਨ ਉਹਦੀ ਦੇਖਭਾਲ ਨਹੀਂ ਕਰਦਾ। ਬਿਲਕੁਲ ਬਲਦੇਵ ਜੀ, ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਵਾਪਸ ਤੁਹਾਡੇ ਨਾਲ ਗੱਲ ਕਰਦੇ ਹਾਂ। ਡਾਕਟਰ ਸੁਖਦੇਵ ਜੀ ਹੋਰਾਂ ਤੋਂ ਇੱਕ ਕਮੈਂਟ ਲੈਣਾ। ਡਾਕਟਰ ਸਾਹਿਬ, ਜਿਵੇਂ ਬਲਦੇਵ ਜੀ ਹੋਰਾਂ ਨੇ ਬਹੁਤ ਵਧੀਆ ਗੱਲ ਇਹ ਕੀਤੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਜਿਵੇਂ ਮੁੜ ਤੋਂ ਜਿਹੜੀ 6 ਮਹੀਨੇ ਬਾਅਦ ਆਪਣੇ ਆਪ ਨੂੰ ਨੌਕਰੀ ਫਿਰ ਬਹਾਲ ਹੋ ਜਾਣੀ ਹੈ, ਪਰ ਜਿਹੜਾ ਫਿਰ ਸਮਾਜਿਕ ਤੌਰ ਤੇ ਜਿਹੜਾ ਉਹ ਬੰਦਾ ਆਪਣਾ ਹੋਰ ਵਰਚਸਵ ਸ਼ੋਅ ਕਰਦਾ ਕਿ ਮੈਨੂੰ ਤੁਸੀਂ ਇੱਦਾਂ ਕਰਾਇਆ ਸੀ, ਮੈਂ ਫਿਰ ਤੋਂ ਨੌਕਰੀ 'ਚ ਆ ਗਿਆ, ਤੇ ਜਿਹੜੇ ਵਿਚਾਰੇ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਹੁੰਦਾ ਉਹਨਾਂ ਉੱਤੇ ਹੋਰ ਪ੍ਰੈਸ਼ਰ ਆਉਂਦਾ, ਤੇ ਉਹਦਾ ਜਿਹੜਾ ਦਬਦਬਾ ਮੈਨੂੰ ਲੱਗਦਾ ਹੋਰ ਵੱਧ ਜਾਂਦਾ। ਤਾਂ ਹੀ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਖਤਮ ਨਹੀਂ ਹੋ ਪਾ ਰਹੀਆਂ। ਗਗਨ ਜੀ, ਇਸ ਕੇਸ ਦੀ ਗੱਲ ਕਰੀਏ ਜਿਹੜੀ ਬਠਿੰਡੇ 'ਚ ਹੋਈ ਹੈ, ਇਹਦੇ ਵਿੱਚ ਟਰਮੀਨੇਸ਼ਨ ਹੋਈ ਹੈ ਸਿੱਧੀ, ਵੈਸੇ ਜੀ ਸਸਪੈਂਸ਼ਨ ਜਿਹੜੀ ਬਿਲਕੁਲ, ਪਰ ਦੂਜੇ ਮਾਮਲੇ ਨੇ, ਜਿਵੇਂ ਹੁਣ ਫਗਵਾੜੇ ਵਾਲਾ ਮਾਮਲਾ ਹੋਵੇ, ਜੀ ਕਈਆਂ ਦੀ ਸਸਪੈਂਸ਼ਨ ਹੋ ਜਾਂਦੀ ਹੈ, ਉਹ ਮੁੜ ਕੇ ਬਹਾਲ ਹੋ ਜਾਂਦੇ ਨੇ। ਉਹ ਸਿਸਟਮ, ਕੁਝ ਗੱਲ ਜਿਹੜੀ ਬਲਦੇਵ ਸਿੰਘ ਹੋਰਾਂ ਨੇ ਕਹੀ ਹੈ ਉਹ ਥੋੜੀ ਠੀਕ ਹੈ ਕਿ ਸਾਡਾ ਜਿਹੜਾ ਤਾਣਾ ਬਾਣਾ ਨਾ ਜੀ, ਪੋਲੀਟੀਕਲ ਸਿਸਟਮ ਜਿਹੜਾ ਸਾਡਾ ਹੈ, ਉਹ ਨਾਲ ਸਪੋਰਟਿਵ ਕਈ ਜਗ੍ਹਾ ਤੇ ਹੋ ਜਾਂਦਾ ਹੈ, ਜਿਸ ਕਰਕੇ ਅਸੀਂ ਬ੍ਰੌਡਰ ਟਰਮ 'ਚ ਦੇਖੀਏ ਨਾ ਜੀ ਕਿ ਇਹ ਕਿਉਂ ਹੋ ਰਿਹਾ ਹੈ ਕਿ ਜਿੱਥੇ ਪੋਲੀਟੀਸ਼ੀਅਨ ਨੇ ਉਸ ਚੀਜ਼ ਨੂੰ ਸਪੋਰਟ ਕਰਨਾ ਹੈ ਫਾਰ ਦਾ ਪਬਲਿਕ,
ਉਹ ਜਾ ਕੇ ਕ੍ਰਿਮੀਨਲ ਨਾਲ ਥੋੜਾ ਜਿਹਾ ਫੇਵਰਿੰਗ ਕਰਦੇ ਨੇ, ਉਹ ਚੀਜ਼ ਉੱਥੇ ਸਾਨੂੰ ਮਾਰ ਖਾਂਦੇ ਆ। ਲੀਗਲ ਸਿਸਟਮ ਜਿਹੜਾ ਸਾਡਾ ਅਜੇ ਉਹਨਾਂ ਸਟਰੋਂਗ ਕੁਝ ਹੋਇਆ ਹੈ, ਇੰਨਾ ਨਹੀਂ ਢੇਰ ਪਿਆ ਵੀ ਕੁਝ ਲੋਕਾਂ ਨੂੰ ਸਜ਼ਾਵਾਂ ਮਿਲਦੀਆਂ ਵੀ ਨਹੀਂ ਹੈਗੀਆਂ ਨੇ। ਸਾਰੇ ਪੁਲਿਸ ਵਾਲੇ ਵੀ ਮਾੜੇ ਨਹੀਂ ਹੁੰਦੇ, ਬਹੁਤ ਸਾਰੀਆਂ ਐਸੀਆਂ ਐਗਜ਼ਾਮਪਲਸ ਹੈਗੀਆਂ ਨੇ ਜਿਨ੍ਹਾਂ ਨੇ ਆਪਣੇ ਮਾਡਲ ਬਣਾਏ ਨੇ। ਬਟ ਜ਼ਿਆਦਾਤਰ ਜਿਹੜਾ ਸੈਟ ਆਪਾਂ ਗੱਲ ਕਰ ਰਹੇ ਹਾਂ, ਉਸ ਆਪਣੇ ਮੁੱਦੇ ਤੇ ਰਹੀਏ ਤਾਂ ਉਹ ਜ਼ਿਆਦਾ ਜਿਹੜਾ ਸੈਟਅਪ ਹੋ ਰਿਹਾ ਉਹ ਫਿਊਡਲ ਸੈਟਅਪ ਜਿਹੜਾ ਮਾਈਂਡ ਹੈ, ਜਦੋਂ ਵਰਦੀ ਮਿਲ ਜਾਂਦੀ ਹੈ ਉਸ ਚੀਜ਼ ਨੂੰ, ਸ਼ਕਤੀ ਨੂੰ ਯੂਜ਼ ਕਰਦਾ ਹੈ। ਐਂਡ ਸਪਲੀਮੈਂਟ ਜਿਹੜੇ ਕੀਤੇ ਨੇ, ਜਿਵੇਂ ਬਲਦੇਵ ਜੀ ਨੇ ਕਿਹਾ ਕਿ ਜਿਹੜੀਆਂ ਮਤਲਬ ਪੋਲੀਟੀਕਲ ਪਾਰਟੀਆਂ ਨੇ, ਉਹ ਬਜਾਏ ਨਾ ਜਿਵੇਂ ਪੰਜਾਬੀ ਕਲਚਰ ਦੇ ਵਿੱਚ ਯਾਰ ਕੋਈ ਨਹੀਂ, ਮੁੰਡੇ ਨੇ ਕਰ ਲਿਆ ਗਲਤ ਕੰਮ, ਕੋਈ ਨਹੀਂ, ਮੈਂ ਇਹਨੂੰ ਰਫਾ ਦਫਾ ਕਰਾ ਦਿੰਦੇ ਆ। ਇਹ ਜਿਹੜੀ ਟੈਂਡੈਂਸੀ ਹੈ ਨਾ ਸਾਡੇ ਦਿਮਾਗ 'ਚ, ਸਾਡੇ ਸਮਾਜ ਤੇ ਬੜੀ ਹੋਈ ਹੈ ਜੀ, ਇਸ ਨੂੰ ਬਦਲਣ ਦੀ ਬਹੁਤ ਲੋੜ ਹੈ। ਅੱਜ ਦਾ ਪ੍ਰੈਜ਼ੈਂਟ ਕੇਸ ਹੋਇਆ ਹੈ ਗਗਨ ਜੀ, ਇਹਦੇ 'ਚ ਇੱਕ ਬੜੀ ਪੋਜ਼ਿਟਿਵ ਗੱਲ ਹੋਈ ਹੈ ਕਿ ਕਮਿਊਨਿਟੀ, ਜਿਹਨੂੰ ਪੰਜਾਬੀ 'ਚ ਸਮਦਾ ਬੋਲਦੇ ਨੇ, ਸਾਰੇ ਪਿੰਡ ਵਾਲਿਆਂ ਨੇ ਟਰੈਪ ਕਰਕੇ ਉਸ ਲੜਕੀ ਨੂੰ ਹੈਲਪ ਕੀਤੀ ਹੈ। ਤਾਂ ਦਿਸ ਇਜ਼ ਦਾ ਬਿਗੇਸਟ ਪ੍ਰੈਸ਼ਰ, ਇਹ ਸਭ ਤੋਂ ਵੱਡਾ ਪ੍ਰੈਸ਼ਰ ਹੈ। ਜੇ ਇਹੋ ਜਿਹੇ ਮਾਡਲ ਬਣਨ, ਕਿਉਂਕਿ ਕੱਲ ਨੂੰ ਤੇ ਵਿਕਟਮ ਕੱਲੀ ਲੜਕੀ ਨੂੰ ਤੰਗ ਕਰ ਸਕਦਾ ਸੀ ਸਿਪਾਹੀ ਜਾਂ ਕੋਈ ਹੋਰ ਬੰਦੇ, ਬਟ ਹੁਣ ਸਾਰਾ ਪਿੰਡ ਸਾਥ ਨਾਲ ਹੈ, ਸਾਰਾ ਇਲਾਕਾ ਵੀ ਸਾਥ ਆ ਸਕਦਾ ਹੈ। ਹੋਰ ਵੀ ਕਈ ਪਹਿਲਾਂ ਘਟਨਾਵਾਂ ਐਸੀਆਂ ਹੋਈਆਂ ਨੇ ਮਾਨਸਾ ਵੱਲ ਜਾਂ ਹੋਰ ਜਗ੍ਹਾ, ਜਿੱਥੇ ਪਿੰਡਾਂ ਵਾਲਿਆਂ ਨੇ ਮਿਲ ਕੇ ਉਹ ਸਾਰੇ ਇਲਾਕੇ ਨੂੰ, ਲੜਕੀਆਂ ਨੂੰ ਸਪੋਰਟ ਕੀਤਾ ਤੇ ਵਿਕਟਮਸ ਨੂੰ ਮਤਲਬ ਸਜ਼ਾਵਾਂ ਵੀ, ਮਤਲਬ ਜਿਹੜੀਆਂ ਸੀ ਉਹਨਾਂ ਨੂੰ ਜਸਟਿਸ ਕਰਵਾਇਆ, ਤੇ ਜਿਹੜੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀ ਉਹਨਾਂ ਨੂੰ ਸਜ਼ਾ ਵੀ ਦਵਾਈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਡਾ ਸਟਰਕਚਰ ਜਿਹੜਾ ਹੈ, ਹਾਲੀ ਵੀ ਉਹ ਫਿਊਡਲ ਜੜ੍ਹਾਂ ਜਿਹੜੀਆਂ ਨੇ ਉਹ ਟੁੱਟੀਆਂ ਨਹੀਂ। ਜਦੋਂ ਟੁੱਟ ਜਾਣਗੀਆਂ ਹੌਲੀ ਹੌਲੀ ਨਵਾਂ ਸਮਾਂ ਆਏਗਾ। ਮਾਡਰਨਿਟੀ ਜਿਹੜੀ ਹੈ ਨਾ ਜੀ, ਮਾਡਰਨ ਬੋਲਦੇ ਆ, ਆਧੁਨਿਕਤਾ ਆਈ ਨਹੀਂ ਅਜੇ ਉਨੀ ਸਾਡੇ ਸਮਾਜ 'ਚ ਜਿੰਨੀ ਹੋਣੀ ਚਾਹੀਦੀ ਹੈ। ਜਿਹੜੀਆਂ ਆਪਾਂ ਸੁਝਾਵਾਂ 'ਚ ਗੱਲ ਕਰ ਸਕਦੇ ਹਾਂ ਕਿ ਜਿਹੜੀ ਇਹਨਾਂ ਨੂੰ ਟ੍ਰੇਨਿੰਗ ਦੇ ਲੈਵਲ ਤੇ ਚਾਹੀਦਾ, ਟਾਈਮ ਟੂ ਟਾਈਮ, ਭਾਵੇਂ ਉਹ ਮੈਂ ਵੀ ਕਈ ਵਾਰੀ ਫਲੋਰ ਜਾਣਾ, ਲੈਕਚਰ ਦਿੰਦਾ ਕਈ ਵਾਰੀ ਪੁਲਿਸ ਵਾਲਿਆਂ ਨੂੰ ਜਾਂ ਹੋਰ ਕਈਆਂ ਨਾਲ, ਇੱਦਾਂ ਦਾ ਕਿ ਉਹਨਾਂ ਨੂੰ ਟਾਈਮ ਤੋਂ ਟਾਈਮ ਸੈਂਸਿਟਾਈਜ਼ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਬਲਦੇਵ ਜੀ ਨੇ ਗੱਲ ਕੀਤੀ ਹੈ ਨਾ ਵੀ ਇਹ ਕਿਉਂ ਨਹੀਂ ਰੁਕਦੇ, ਕੋਈ ਸੈਂਸਿਟਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਫਰੋਮ ਟਾਈਮ ਕਿ ਭਾਈ ਹੁਣ ਸਮਾਂ ਉਹ ਨਹੀਂ ਰਿਹਾ, ਹੁਣ ਤਾਂ ਤੁਸੀਂ ਕੈਮਰੇ ਅੱਗੇ ਹੋ, ਹੁਣ ਤਾਂ ਤੁਸੀਂ ਕਿਤੇ ਸੀਸੀਟੀਵੀ ਅਗਰ ਕੈਮਰੇ ਅੱਗੇ ਹੋ। ਇਸੇ ਕਰਕੇ ਇੱਕ ਮਾਡਰਨ ਜਿਹੜੀ ਟੈਕਨੋਲੋਜੀ ਦਾ ਫਾਇਦਾ ਇਹ ਹੋਇਆ, ਪਹਿਲਾਂ ਤਾਂ ਟਰੇਸ ਨਹੀਂ ਸੀ ਹੁੰਦੇ ਗਗਨ ਜੀ, ਲੋਕ ਪਹਿਲਾਂ ਤੇ ਚੁੱਪ ਗੱਲ ਹੋ ਗਈਆਂ। ਪਹਿਲਾਂ ਪਤਾ ਨਹੀਂ ਧੱਕਾ ਕਿੰਨਾ ਹੋਇਆ ਹੋਣਾ ਜੀ, ਪਹਿਲਾਂ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਨੇ ਅਜੇ ਵੀ ਇਨਸਾਫ ਲੈਣ ਲਈ ਇੰਨੀਆਂ ਠੋਕਰਾਂ ਨੇ, ਤਾਂ ਪਹਿਲਾਂ ਸੋਚਿਆ ਹੀ ਜਾ ਸਕਦਾ। ਉਹ ਮੈਨੂੰ ਲੱਗਦਾ ਕਹਿਣ ਸੁਣਨ ਤੋਂ ਪਰੇ ਆ। ਜੀ ਪਹਿਲਾਂ ਇਸ ਤੋਂ ਵੀ ਭਿਆਨਕ ਰੂਪ ਹੁੰਦੇ ਸੀ ਜੀ, ਮਤਲਬ ਕਿ ਸੁਪਰੈਸ਼ਨ ਬਹੁਤ ਜ਼ਿਆਦਾ ਸੀ ਤੇ ਲੋਕੀ ਮਰ ਜਾਂਦੇ ਸੀ, ਲੋਕਾਂ ਦੀ ਆਵਾਜ਼ ਦਬ ਜਾਂਦੀ ਸੀ, ਸਿਸਟਮ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਸੀ ਹੁੰਦਾ। ਸੋ ਕਹਿਣ ਦਾ ਮਤਲਬ ਹੁਣ ਟੈਕਨੋਲੋਜੀ ਨਾਲ ਇੱਕ ਬਹੁਤ ਵੱਡਾ ਫਾਇਦਾ ਹੋਇਆ ਹੈ ਕਿ ਹੁਣ ਹਰ ਕੋਈ ਬੰਦਾ ਕੋਈ ਨਾ ਕੋਈ ਮੋਬਾਈਲ ਬਣਾ ਕੇ, ਫੋਟੋ ਬਣਾ ਕੇ ਵਾਇਰਲ ਕਰ ਦਿੰਦਾ ਹੈ, ਤੇ ਜਿਹਦਾ ਕੋਈ ਐਕਸ਼ਨ ਮਤਲਬ ਸਟੇਟ ਲੈਵਲ ਤੇ ਵੀ ਹੁੰਦਾ ਹੈ ਤੇ ਸੈਂਟਰ ਲੈਵਲ ਤੇ ਵੀ ਹੁੰਦਾ ਹੈ। ਇਸ ਕਰਕੇ ਇਹ ਟੈਕਨੋਲੋਜੀ ਦਾ ਫਾਇਦਾ ਹੋਇਆ, ਮਾਡਰਨਿਟੀ ਦਾ ਕੁਝ ਫਾਇਦਾ ਹੋ ਰਿਹਾ। ਪਰ ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ, ਜਿਹੜੇ ਪਾਵਰ ਸਟਰਕਚਰ ਸਾਡਾ ਬਣਿਆ ਸ਼ਕਤੀ ਵਾਲਾ, ਕਲਚਰਲ ਪੈਟਰਨ ਜਿਹੜੇ ਬਣੇ ਹੋਏ ਨੇ, ਉਹ ਹੌਲੀ-ਹੌਲੀ ਟੁੱਟਣਗੇ। ਬਟ ਇਹ ਆ ਵੀ ਇਹ ਲੀਗਲ ਸਿਸਟਮ ਤੇ ਜਿਹੜਾ ਸਾਡਾ ਜੁਡੀਸ਼ੀਅਲ ਸਿਸਟਮ ਹੈ ਤੇ ਨਾਲ ਜਿਹੜਾ ਬਿਊਰੋਕ੍ਰੈਟਿਕ ਸਿਸਟਮ ਹੈ, ਇਸ ਨੂੰ ਜੇ ਸਟਰੋਂਗ ਕੀਤਾ ਜਾਵੇ ਕਿ ਜਿਹੜਾ ਭਾਈ ਗਲਤ ਕੰਮ ਕਰਦਾ ਹੈ ਜਾਂ ਜਿਹੜਾ ਕ੍ਰਾਈਮ ਕਰਦਾ, ਉਸ ਨੂੰ ਸਟਰੋਂਗ ਮਤਲਬ ਇੱਕ ਮਾਡਲ ਜਾਵੇ, ਸਾਡਾ ਇੱਕ ਮੈਸੇਜ ਜਾਵੇ ਸਮਾਜ ਦੇ ਵਿੱਚ। ਕਿਉਂਕਿ ਜਦੋਂ ਅਸੀਂ ਰੋਜ਼ ਅਖਬਾਰ ਪੜ੍ਹਦੇ ਹਾਂ ਵੀ ਇੱਕ ਗਰੀਬ ਨੂੰ ਮਾਰ ਕੇ ਮਾਰਤਾ, ਛੋਟੀ ਜਿਹੀ ਕੁੜੀ ਨਾਲ ਰੇਪ ਕਰਕੇ ਮਾਰਤਾ, ਤੇ ਕੋਈ ਵੀ ਸੈਂਸਿਟਿਵ ਆਦਮੀ ਹੈ ਜਿਹੜਾ, ਉਹਨੂੰ ਬੜਾ ਦੁੱਖ ਹੁੰਦਾ ਹਰੇਕ ਬੰਦੇ ਨੂੰ। ਸੋ ਜਿੰਨਾ ਚਿਰ ਕੋਈ ਸਟਰੋਂਗ ਮੈਸੇਜ ਸਾਡੇ ਸਮਾਜ 'ਚ ਨਹੀਂ ਜਾਂਦੇ, ਪਰ ਨਾਲ ਦੀ ਨਾਲ ਕਈ ਥਿਊਰੀਜ਼ ਇਹ ਵੀ ਮੰਨਦੀਆਂ ਨੇ ਕਿ ਅਸੀਂ ਜ਼ਿਆਦਾ ਬਰੂਟ ਪਾਵਰ ਨਾਲ ਵੀ ਕਿਸੇ ਨੂੰ ਠੀਕ ਨਹੀਂ ਕਰ ਸਕਦੇ। ਜਿੰਨਾ ਚਿਰ ਕਿਸੇ ਦਾ ਦਿਮਾਗ ਅਸੀਂ ਸੈਂਸਿਟਾਈਜ਼ ਕਰਕੇ ਉਸ ਨੂੰ ਹਿਊਮਨ ਬੀਇੰਗ ਨਹੀਂ ਬਣਾਉਂਦੇ। ਇਸੇ ਕਰਕੇ ਕਈ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈ ਹੀ ਨਹੀਂ, ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਲੈਟ ਅਸ ਚੇਂਜ देयर ਮਾਈਂਡ, ਨਾਟ ਕਿਲ them। ਇਸ ਕਰਕੇ ਸਾਨੂੰ ਇਹ ਟ੍ਰੇਨਿੰਗ ਨੂੰ ਨਵਾਂ ਮੋੜ ਦੇਣਾ ਪਏਗਾ, ਨਵੀਂ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਪਏਗੀ ਸਮੇਂ ਤੋਂ ਸਮੇਂ। ਸੋ ਅਜੇ ਤੱਕ ਸਾਡਾ ਸਮਾਜ ਜਿਹੜਾ ਉਹੀ ਬੈਠਾ ਹੋਇਆ ਕਿ ਭਾਈ ਜੀ ਮੇਰੇ ਕੋਲ ਸ਼ਕਤੀ ਆ ਗਈ ਹੈ। ਬਿਲਕੁਲ, ਉਹ ਜਿਹੜੀਆਂ ਪੁਰਾਣੀਆਂ ਧਾਰਨਾਵਾਂ ਚੱਲਦੀਆਂ ਨੇ ਉਹਦੇ ਉੱਤੇ ਉਹ ਲਕੀਰ ਦੇ ਫਕੀਰਾਂ ਵਾਲੀ ਗੱਲ ਹੈ। ਠੀਕ ਹੈ, ਬਹੁਤ ਇਸ ਤਰ੍ਹਾਂ, ਬਿਲਕੁਲ ਡਾਕਟਰ ਸਾਹਿਬ, ਬਹੁਤ ਇਸ ਤਰ੍ਹਾਂ ਦੇ ਮਾਮਲੇ ਹੈਗੇ ਨੇ। ਠੀਕ ਹੈ ਗੱਲ, ਇਹ ਬਹੁਤ ਇਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਐਡ ਕਰ ਲੈਣ, ਮੈਨੂੰ ਪੂਰੀ ਕੰਪਲੀਟ ਕਰ ਲੈਣ ਦਿਓ। ਤੁਸੀਂ ਗੱਲ ਕਰਦੇ ਆ ਜਿਹੜੇ ਹੈਡ ਹਨ, ਸੈਂਸਿਟਾਈਜੇਸ਼ਨ ਦਾ ਮੈਂ ਕਹਿੰਦਾ ਟਾਈਮ ਨਹੀਂ ਦੇਣਾ, ਅਸੀਂ ਨਹੀਂ ਦੇਣਾ ਚਾਹੁੰਦੇ। ਠੀਕ ਹੈ, ਸੈਂਸਿਟਾਈਜੇਸ਼ਨ ਤਾਂ ਕਰਕੇ ਜੋ ਅਨਪੜ੍ਹ ਹੋਣ, ਉਹਨਾਂ ਨੇ ਐਜੂਕੇਸ਼ਨ ਲਈ ਹੋਵੇ, ਟ੍ਰੇਨਿੰਗ ਨਾ ਲਈ ਹੋਵੇ, ਉਹਨਾਂ ਨੇ ਪੂਰੀ ਟ੍ਰੇਨਿੰਗ ਲਈ ਆ, ਆਪਣੀਆਂ ਨੌਕਰੀਆਂ ਦਾ ਆਨੰਦ ਵੀ ਮਾਣਿਆ, ਗੱਡੀਆਂ ਮੋਟਰਾਂ ਦਾ ਆਨੰਦ ਵੀ ਮਾਣਿਆ ਹੈ, ਉਹਨਾਂ ਦੇ ਕੋਲ 10 ਹਨ ਉਹਨਾਂ ਕੋਲੇ। ਫਿਰ ਸਾਨੂੰ ਸੈਂਸਿਟਾਈਜੇਸ਼ਨ ਕਰਨ ਦਾ ਕਿਹੜਾ ਟਾਈਮ ਚਾਹੀਦਾ? ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜੇ ਹੈਡ ਹਨ ਕਿਸੇ ਵੀ ਡਿਪਾਰਟਮੈਂਟ ਦੇ, ਪੁਲਿਸ ਦਾ ਹੈਡ ਆ, ਮੈਂ ਸਮਝਦਾ ਉਸ ਨੂੰ ਵੀ ਸੇਕ ਲੱਗਣਾ ਚਾਹੀਦਾ। ਇਹੋ ਜਿਹੀ ਘਟਨਾ ਘਟਦੀ ਆ ਤਾਂ ਉਸ ਨੂੰ ਵੀ ਪਨਿਸ਼ਮੈਂਟ ਡਾਇਰੈਕਟ ਹੋਵੇ ਔਰ ਇਮੀਡੀਏਟ ਹੋਵੇ। ਹੁੰਦਾ ਕੀ ਆ ਕਿ 6 ਮਹੀਨੇ ਦੀ ਰਿਪੋਰਟ ਆਏਗੀ, 8 ਮਹੀਨੇ ਦੀ ਰਿਪੋਰਟ ਆਏਗੀ,
ਜਦੋਂ ਤੱਕ ਰਿਪੋਰਟ ਆਉਣੀ ਆ, ਜਿਹੜਾ ਬੰਦਾ ਵਿਕਟਮ ਆ ਉਹ ਇੰਨਾ ਹਰਾਸ ਹੋ ਚੁੱਕਿਆ ਹੁੰਦਾ, ਇੰਨੀਆਂ ਧਮਕੀਆਂ ਮਿਲ ਚੁੱਕੀਆਂ ਹੁੰਦੀਆਂ, ਜਿਹੜਾ ਵਿਕਟਮ ਆ ਉਹ ਹੱਥ ਬੰਨ ਕੇ ਉਸ ਕ੍ਰਿਮੀਨਲ ਦੇ ਅੱਗੇ ਜਾ ਕੇ ਖੜ ਜਾਂਦਾ, ਭਾਈ ਮੇਰਾ ਕਹਿਣਾ ਛੱਡ, ਮੈਨੂੰ ਧਮਕੀਆਂ ਨਾ ਦੇ, ਤੂੰ ਜੋ ਮੇਰੇ ਕੋਲ ਖਾਣਾ ਖਾ ਲਾ ਮੇਰੇ ਕੋਲ। ਸੋ ਮੈਂ ਫਿਊਡਲ ਸਿਸਟਮ ਨੂੰ ਕੋਈ ਅੰਡਰਸਟੈਂਡ ਨਹੀਂ ਕਰਦਾ, ਮੇਰੀ ਓਪੀਨੀਅਨ ਇਹ ਆ। ਲੋੜ ਇਸ ਗੱਲ ਦੀ ਆ, ਅਗਰ ਅਸੀਂ ਤਨਖਾਹ ਗਿਣ ਕੇ ਲੈ ਸਕਦੇ ਹਾਂ, ਉੱਥੇ ਅਸੀਂ ਇੱਕ ਵੀ ਨਾ ਘੱਟ ਨਹੀਂ ਮੰਗਦੇ, ਤੇ ਟ੍ਰੇਨਿੰਗ ਦੀ ਕਿਹੜੀ ਲੋੜ ਦਾ ਦੱਸੋ ਸਹੀ ਨਾ ਮੈਨੂੰ। ਨੋ ਨੀਡ ਆਫ ਟ੍ਰੇਨਿੰਗ, ਪਨਿਸ਼ਮੈਂਟ ਦਾ ਟਾਈਮ ਹੈ, ਪਨਿਸ਼ਮੈਂਟ ਇਮੀਡੀਏਟ ਹੋਵੇ, ਇਨਕੁਆਇਰੀ ਲੰਬੀ ਨਾ ਹੋਵੇ, ਵਿਦਨ ਵੀਕ ਉਸ ਬੰਦੇ ਨੂੰ ਘਰੇ ਬਿਠਾਇਆ ਜਾਵੇ, ਜੋ ਹੁਣ ਤੱਕ ਉਹਨੇ ਤਨਖਾਹ ਲਈ ਆ ਉਹਦਾ ਵੀ ਰਿਫੰਡ ਵਾਪਸ ਲਿਆ ਜਾਵੇ, ਉਹਦੇ ਘਰ ਦੀ ਵੀ ਨਿਲਾਮੀ ਕੀਤੀ ਜਾਵੇ। ਅਗਰ ਕੋਈ ਬੰਦਾ ਕ੍ਰਿਮੀਨਲ ਕਿਸੇ ਨੂੰ ਮਾਰ ਧੜ ਕੇ ਖਤਮ ਕਰ ਦਿੰਦਾ, ਉਹਦੀ ਜਾਨ ਹੀ ਖਤਮ ਕਰ ਦਿੰਦਾ, ਉਹਦੇ ਪਿੱਛੇ ਹੋਰ ਕੀ ਰਹਿ ਜਾਂਦਾ ਦੱਸੋ। ਮੇਰੇ ਕਹਿਣ ਦਾ ਮਤਲਬ ਜਾਨ ਸਭ ਤੋਂ, ਲਾਈਫ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ। ਕਿਸੇ ਲੜਕੀ ਦਾ ਰੇਪ ਹੋ ਰਿਹਾ ਜਾਂ ਮਿਸਬਿਹੇਵ ਹੋ ਰਿਹਾ ਤੇ ਉਹਦੀ ਇੱਜ਼ਤ ਕਿੱਥੇ ਰਹੇਗੀ? ਉਹ ਟਰਮੀਨੇਸ਼ਨ ਆ, ਉਹਦੀ ਇੱਜ਼ਤ ਬਹਾਲ ਨਹੀਂ ਹੋ ਸਕਦੀ। ਮੇਰੇ ਕਹਿਣਾ ਸਖਤ ਸਜ਼ਾ ਇਮੀਡੀਏਟ ਹੋਵੇ, ਇਨਕੁਆਇਰੀ ਵਿਦਨ ਵੀਕ ਹੋਵੇ, ਵਿਦਨ ਵੀਕ ਇਮੀਡੀਏਟ ਹੋ ਸਕਦੀ ਹੈ। ਤੱਕ ਨੂੰ ਪ੍ਰਮਾਣ ਦੀ ਲੋੜ ਹੀ ਕੋਈ ਨਹੀਂ। ਦੱਸੋ ਕੀ ਲੋੜ ਆ ਮੈਨੂੰ? ਕੇਸ ਲਟਕੇ ਨਾ ਕਿ ਜਿਹੜਾ ਮੁਵੱਕਲ ਹੈਗਾ ਉਹਦੇ ਉੱਤੇ ਜਿਹੜਾ ਵਿਚਾਰਾ ਉਹਨੂੰ ਪ੍ਰੈਸ਼ਰਾਈਜ਼ ਕਰ ਲੈਣ ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਹੋ ਰਿਹਾ ਤੁਹਾਡੇ ਸਾਹਮਣੇ, ਫਿਊਚਰ 'ਚ ਵੀ ਹੋਏਗਾ। ਬਿਲਕੁਲ ਠੀਕ ਹੈ ਗੱਲ, ਏਦਾਂ ਹੋਇਆ। ਬਿਲਕੁਲ ਹੋਏਗਾ ਸਰ, ਹੋ ਰਿਹਾ, ਡੇਲੀ ਹੋ ਰਿਹਾ, ਨਵੀਂ ਗੱਲ ਥੋੜ੍ਹਾ ਕੋਈ। ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਪ੍ਰੈਸ਼ਰਾਈਜ਼ ਕੀਤਾ ਜਾਂਦਾ। ਅੱਛਾ ਸੁਖਦੇਵ ਜੀ, ਇੱਕ ਚੀਜ਼ ਤੁਸੀਂ ਵਧੀਆ ਦੱਸ ਸਕਦੇ ਹੋ, ਤੁਸੀਂ ਸਮਾਜ ਵਿਗਿਆਨੀ ਵੀ ਹੋ ਤਾਂ ਜ਼ਿਆਦਾ ਇਹ ਚੀਜ਼ਾਂ ਸਮਝਦੇ ਹੋ। ਜਿਵੇਂ ਤੁਸੀਂ ਪਹਿਲਾਂ ਗੱਲ ਇਹ ਕਹਿ ਕੇ ਹਟਿਓ, ਐਡ ਕੀਤਾ ਸੀ ਕਿ ਸਮਾਜਿਕ ਤਾਣਾ ਬਾਣਾ ਹੀ ਇਦਾਂ ਦਾ ਹੈਗਾ, ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋਕ ਹੁੰਦੇ ਨੇ, ਜਿਵੇਂ ਹੁਣੇ ਡਾਕਟਰ ਸਾਹਿਬ ਨੇ ਕਿਹਾ ਹੈਗਾ, ਬਲਦੇਵ ਜੀ ਨੇ, ਕਿ ਇਹਨਾਂ ਦੇ ਘਰ ਤੱਕ ਜਿਹੜੇ ਨਿਲਾਮ ਹੋਣ, ਪ੍ਰਾਪਰਟੀਆਂ ਅਟੈਚ ਕਰ ਲਈਆਂ ਜਾਣ। ਜੇਕਰ ਸਮਾਜਿਕ ਇਹ ਵੀ ਚੀਜ਼ਾਂ ਨੇ, ਜੇ ਇਸ ਤਰ੍ਹਾਂ ਹੋਵੇ ਤਾਂ ਇਹ ਵੀ ਸਮਾਜਿਕ ਤੌਰ ਤੇ ਸੱਟ ਹੈ ਇੱਕ ਤਰ੍ਹਾਂ ਦੇ ਨਾਲ। ਤੁਸੀਂ ਆਪਣੇ ਜਿਹੜਾ ਤੁਹਾਡਾ ਤਾਣਾ ਬਾਣਾ, ਭਾਈਚਾਰਕ ਸਾਂਝ, ਉਹਦੇ ਵਿੱਚ ਤੁਹਾਨੂੰ ਇਹ ਲੋਕਾਂ ਨੂੰ ਪਤਾ ਲੱਗੇ ਇੱਕ ਮਿਸਾਲੀ ਤੌਰ ਤੇ ਇਹ ਚੀਜ਼ਾਂ ਜੇ ਹੋਣ ਤਾਂ ਮੈਨੂੰ ਲੱਗਦਾ ਕਿ ਇਹ ਵੀ ਚੀਜ਼ਾਂ ਕਾਫੀ ਐਡ ਔਨ ਕਰ ਸਕਦੀਆਂ ਨੇ। ਗਗਨ ਜੀ ਠੀਕ ਹੈ। ਦੇਖੋ, ਮੈਂ ਬਲਦੇਵ ਜੀ ਦੀ ਕੁਝ ਗੱਲਾਂ ਨਾਲ ਸਹਿਮਤ ਹਾਂ, ਕੁਝ ਨਾਲ ਸ਼ਾਇਦ ਨਹੀਂ, ਕਿਉਂਕਿ ਅਸੀਂ ਟੋਟਲ ਸਮਾਜ ਨੂੰ ਦੇਖਣਾ ਹੁੰਦਾ, ਨਾ ਕਿ ਇੱਕ ਕ੍ਰਿਮੀਨਲ ਬੰਦੇ ਨੂੰ ਦੇਖਣਾ ਹੈ। ਇੱਕ ਬੰਦੇ ਨੇ ਕ੍ਰਾਈਮ ਕੀਤਾ ਹੈ, ਉਹਦੀ ਫੈਮਿਲੀ ਦੇ ਉਹਦੇ ਬੱਚੇ ਪੜ੍ਹਾਈ ਕਰ ਰਹੇ ਨੇ, ਉਹਦਾ ਬੱਚਾ ਕੋਈ ਟੈਂਡਰ ਏਜ ਦੇ ਵਿੱਚ ਹੈਗਾ, ਅਸੀਂ ਉਹਦੀ ਪ੍ਰਾਪਰਟੀ ਨੂੰ ਅਸੀਂ ਕਰਨੇ ਆ ਕਿ ਇਹਨੂੰ ਕੰਸਪੀਰ ਕਰ ਲਈਏ, ਅਸੀਂ ਇਹਦੀ ਪ੍ਰਾਪਰਟੀ ਖੋਲੀਏ, ਅਸੀਂ ਉਹਨਾਂ ਨੂੰ ਵੇਚ ਦਈਏ। ਉਹਨਾਂ ਦੇ ਬੱਚਿਆਂ ਦਾ ਕੀ ਕਸੂਰ ਹੈ? ਜਿਹੜੇ ਕ੍ਰਾਈਮ ਕਿਸੇ ਬੰਦੇ ਨੇ, ਕ੍ਰਿਮੀਨਲ ਨੇ ਕੀਤਾ ਕਿਸੇ ਟਾਈਮ ਦੇ ਵਿੱਚ ਆ ਕੇ, ਉੱਥੇ ਫੈਮਿਲੀ ਦਾ ਕੋਈ ਰੋਲ ਨਹੀਂ ਉਹਦੇ ਵਿੱਚ ਹੈਗਾ। ਅਸੀਂ ਉਸ ਬੰਦੇ ਨੂੰ ਦੇਖਣਾ ਹੈ, ਨਾ ਕਿ ਅਸੀਂ ਉਹਦਾ ਸਾਰਾ ਤਾਣਾ ਬਾਣਾ, ਉਹਦਾ ਪਰਿਵਾਰ ਨੂੰ ਤੋੜ ਦਈਏ। ਇੱਥੇ ਦੁਨੀਆ ਦੇ ਵਿੱਚ ਐਸੀਆਂ ਐਗਜ਼ਾਮਪਲ ਸੈੱਟ ਹੋਈਆਂ ਨੇ ਜਿੱਥੇ ਜ਼ਿਆਦਾ ਸਖਤੀ ਕੀਤੀ ਗਈ, ਤੇ ਸਪੋਜ਼ ਕਰ ਲਓ ਉਸ ਬੰਦੇ ਨੂੰ ਟਰਮੀਨੇਟ ਕਰ ਦਿੰਦੇ ਆਪਾਂ, ਉਹ ਕੱਲ ਸਮਾਜ 'ਚ ਜਾਏਗਾ, ਉਹ ਕਈ ਵਾਰ ਗਗਨ ਜੀ ਉਸ ਤੋਂ ਵੀ ਹਾਰਡ ਕੋਡ ਕ੍ਰਿਮੀਨਲ ਬਣ ਸਕਦਾ ਹੈ, ਬਜਾਏ ਉਸ ਦੇ ਕਿ ਅਸੀਂ ਉਸ ਨੂੰ ਥੋੜਾ ਜਿਹਾ ਕਰੈਕਟਿਵ ਮੇਜਰ ਵੀ ਕਰੀਏ। ਅਸੀਂ ਇਮੋਸ਼ਨਲ ਹੋ ਕੇ ਆਪਣੇ ਇਮੋਸ਼ਨ ਆਪਾਂ ਥੋਪ ਦਿੰਦੇ ਆ, ਆਪਣੇ ਇਮੋਸ਼ਨ ਨਾਲ ਗੱਲ ਨਹੀਂ ਚੱਲਦੀ। ਅਸੀਂ ਟੋਟਲ ਸਮਾਜ ਨੂੰ ਦੇਖਣਾ ਹੈ, ਅਸੀਂ ਟੋਟੈਲਿਟੀ ਦੇਖਣਾ। ਇੱਕ ਬੰਦੇ ਨੇ ਮੇਰੇ ਨਾਲ ਰੇਪ ਕੀਤਾ ਹੈ, ਇੱਥੇ ਐਸੇ ਐਗਜ਼ਾਮਪਲ ਨੇ, ਰਾਜੀਵ ਗਾਂਧੀ ਦੇ ਜਿਹੜੇ ਕਾਤਲ ਨੇ, ਉਹਨਾਂ ਨੂੰ ਮਾਫ ਨਹੀਂ ਕਰਤਾ ਉਹਨਾਂ ਨੇ ਕਿ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ। ਇੱਥੇ ਸੱਜਣ ਕੁਮਾਰ ਮਾਰਿਆ ਸੀ, ਉਹਦੇ ਮਤਲਬ ਉਹਨਾਂ ਨੇ ਮਾਫ ਕਰਤਾ ਉਹਨਾਂ ਨੂੰ। ਕਈ ਵਾਰੀ ਇੱਕ ਆਪਣੇ ਜਿਹੜੇ ਉੜੀਸਾ ਵਿੱਚ ਹੋਈ ਸੀ, ਆਪਣੇ ਮਾਰਦੇ ਸੀ ਬੰਦੇ। ਪਰ ਸੁਖਦੇਵ ਜੀ, ਗੱਲ ਮੇਰੀ ਗੱਲ ਲੈਟ ਮੀ ਕੰਪਲੀਟ। ਇਹ ਜਿਹੜੀਆਂ ਜ਼ਿਆਦਾ ਇਮੋਸ਼ਨਲ ਹੋ ਕੇ ਆਪਾਂ ਕਰਦੇ ਨਾ ਜੀ, ਇੱਕੋ ਦਮ ਉਹਨਾਂ ਨੂੰ ਮਾਰ ਦੋ, ਫਿਰ ਤਾਂ ਜਸਟਿਸ ਦੀ ਗੱਲ ਨਹੀਂ, ਫਿਰ ਤਾਂ ਗੋਲੀ ਮਾਰੋ ਉਸ ਬੰਦੇ ਨੂੰ, ਉਹਦੇ ਨਾਲ ਕੋਈ ਜਸਟਿਸ ਨਹੀਂ ਹੁੰਦਾ। ਸਾਡੇ ਕੋਲ ਇੱਕ ਪ੍ਰੋਸੀਜਰ ਹੈ, ਪ੍ਰੋਸੀਜਰ ਨੂੰ ਅਸੀਂ ਠੀਕ ਕਰਨਾ, ਨਾ ਕਿ ਅਸੀਂ ਇੱਕ ਬੰਦੇ ਨੂੰ ਫੜ ਕੇ ਉਹਨੂੰ ਕ੍ਰਿਮੀਨਲ। ਫਿਰ ਤਾਂ ਜਿਹੜਾ ਬੰਦਾ ਕ੍ਰਾਈਮ ਕਰਦਾ ਇਹਨੂੰ ਕਿਲ ਕਰ ਦੋ। ਵੀ ਬਹੁਤ ਸਾਰੀ ਕੰਟਰੀਆਂ ਨੇ ਟਰਾਈ ਵੀ ਕੀਤਾ ਹੈ, ਬਟ ਉਹਨਾਂ ਕੰਟਰੀਆਂ ਦੇ ਐਗਜ਼ਾਮਪਲ ਦੇਖੋ ਕੀ ਉਹ ਕਾਮਯਾਬ ਹੋਏ, ਕਿ ਜਾਂ ਉਹ ਕੰਟਰੀ ਕਾਮਯਾਬ ਹੋਏ ਜਿਨ੍ਹਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸੁਧਰਨ ਦਾ। ਮਤਲਬ ਠੀਕ ਹੈ, ਜਿਵੇਂ ਯੂਐਸਏ ਦੇ ਵਿੱਚ ਫਲਾਈਡ ਕੇਸ ਹੋਇਆ, ਉਹਨੇ ਬੰਦੇ ਨੇ ਕਾਲੇ ਨੂੰ ਮਾਰਤਾ, ਉਹਨੂੰ ਜਸਟਿਸ ਹੋਇਆ ਕਿ ਨਹੀਂ? ਮਤਲਬ ਉਸ ਬੰਦੇ ਨੂੰ ਪਤਾ ਨਹੀਂ ਕਿੰਨੇ ਸਾਲ ਸਜ਼ਾ ਹੋਣੀ ਹੈ, ਉਹ ਡਿਊ ਹੈ ਜੀ। ਮਤਲਬ ਜਿਸ ਬੰਦੇ ਨੇ ਕ੍ਰਾਈਮ ਕੀਤਾ ਉਸ ਨੂੰ ਬ੍ਰੌਟ ਟੂ ਦਾ ਬੁੱਕਸ ਕਹਿੰਦੇ ਨੇ, ਲਿਆਓ ਉਸ ਨੂੰ, ਕ੍ਰਿਮੀਨਲ ਨੂੰ ਲਿਆਓ ਉੱਥੇ, ਬਜਾਏ ਇਸ ਪਾਲਿਸੀ ਦੇ ਕਿ ਅਸੀਂ ਇਮੋਸ਼ਨਲ ਹੋ ਕੇ ਕਹੀਏ ਵੀ ਇਸ ਬੰਦੇ ਨੇ ਕ੍ਰਾਈਮ ਕੀਤਾ, ਲੈਟ them kill immediately, ਜਾਂ ਉਸ ਨੂੰ ਇਮੀਡੀਏਟਲੀ ਸਾਰਾ ਕੁਝ ਖਤਮ ਕਰ ਦਈਏ। ਉਹਦੇ ਬੱਚਿਆਂ ਦਾ ਕੀ ਕਸੂਰ ਹੈ? ਉਹਦੇ ਮਾਂ-ਪਿਓ ਦਾ ਕੀ ਕਸੂਰ ਹੈ? ਬਜ਼ੁਰਗ ਘਰ ਦੇ ਵਿੱਚ ਮਾਂ-ਪਿਓ ਨੇ, ਉਸ ਦਾ ਕੀ ਕਸੂਰ ਹੈ? ਅਸੀਂ ਸਮਾਜ ਨੂੰ ਹੋਰ ਜ਼ਿਆਦਾ ਜਿੰਨੀ ਸਖਤੀ ਕਈ ਵਾਰੀ ਕਰਦੇ ਆ, ਆਪਣੇ ਬੱਚਿਆਂ ਨਾਲ ਦੇਖ ਲਓ, ਤੁਸੀਂ ਬੱਚਿਆਂ ਨਾਲ ਕਰਕੇ ਦੇਖ ਲਓ, ਬਹੁਤ ਸਖਤੀ ਜ਼ਿਆਦੀ, ਉਹਦਾ ਰਿਐਕਸ਼ਨ ਕੀ ਹੋਏਗਾ? ਤੇ ਜੇ ਉਹੀ ਤੁਸੀਂ ਪਿਆਰ ਨਾਲ ਕਹਿ ਲਓ ਤੇ ਸ਼ਾਇਦ ਸਮਾਜ ਵਿੱਚ ਬੱਚੇ ਹੋਰ ਰੋਲ ਪਲੇ ਕਰਦੇ ਨੇ। ਸੋ ਮੈਂ ਇਹ ਨਹੀਂ ਕਹਿੰਦਾ ਕਿ ਜਸਟਿਸ ਨਹੀਂ ਮਿਲਣਾ ਚਾਹੀਦਾ, ਦੇयर शुड बी स्ट्रांग एक्शन, ਉੱਥੇ ਬਹੁਤ ਸਖਤ ਐਕਸ਼ਨ ਹੋਣੇ ਚਾਹੀਦੇ ਨੇ। ਟਰਮੀਨੇਸ਼ਨ ਖਤਮ ਹੋ ਗਈ ਬੰਦੇ ਦੀ, ਆਪਣੀ ਜੌਬ ਚਲੀ ਗਈ,
ਫਿਰ ਜਿਹੜੇ ਸੋਸ਼ਲ ਸਪੋਰਟ ਸਿਸਟਮ ਹੈ ਮਿਲਿਆ, ਜਿਹੜੇ ਜਸਟਿਸ ਮਿਲਦਾ ਲੇਡੀ ਨੂੰ ਹੋਇਆ ਕਿ ਲੇਡੀ ਨੂੰ ਸਾਰਾ ਪਿੰਡ ਆਇਆ, ਇੱਕ ਮਾਡਲ ਬਣ ਗਿਆ ਕਿ ਜੇ ਇੱਕ ਪਿੰਡ ਮਿਲ ਕੇ ਰੈਸਿਸਟ ਕਰ ਸਕਦਾ, ਹੁਣ ਉਸ ਥਾਣੇਦਾਰ ਦੀ ਜ਼ਰੂਰਤ ਨਹੀਂ ਪਏਗੀ, ਉਸ ਨੂੰ ਇਲਾਕੇ ਦੇ ਵਿੱਚ ਸੋਸ਼ਲ ਤਰ੍ਹਾਂ ਦਾ ਇੱਕ ਸਟਿਗਮਾ ਮਿਲੇਗਾ ਕਿ ਅੱਗੋਂ ਵਾਸਤੇ ਇਹੋ ਜਿਹੇ ਬੰਦੇ ਕੰਮ ਨਹੀਂ ਕਰਨਗੇ, ਲੋਕਾਂ ਨੂੰ ਪਤਾ ਜਾਊਗਾ, ਮੈਸੇਜ ਜਾਊਗਾ, ਭਾਈ ਜੇ ਅਸੀਂ ਜਾ ਕਰਦੇ ਹਾਂ ਤਾਂ ਸਾਨੂੰ ਸਟਰੋਂਗਲੀ ਸਮਾਜਿਕ ਤੌਰ ਤੇ ਵੀ ਬਾਈਕਾਟ ਹੋ ਸਕਦਾ ਸਾਡਾ। ਇਹ ਪ੍ਰੈਸ਼ਰ ਜਿਹੜੇ ਨੇ ਇਹ ਮਾਈਂਡ ਤੇ ਲੰਬੇ ਲੈਵਲ ਤੇ ਗੱਲ ਕਰਦੇ ਨੇ, ਲੰਬਾ ਗੱਲ ਕਰਦੇ ਨੇ ਕਿ ਫਲਾਣੇ ਨਾਲ ਹੋਇਆ ਸੀ ਕਿ ਉਸ ਨੂੰ ਸਮਾਜਿਕ ਤੌਰ ਤੇ, ਉਸ ਨੂੰ ਗਰੁੱਪ ਦੇ ਤੌਰ ਤੇ ਆਹ ਚੀਜ਼ ਹੋਈ। ਸੋ ਇਸ ਕਰਕੇ ਅਸੀਂ ਆਪਣੇ ਥੋੜੇ ਜਦੋਂ ਅਸੀਂ ਬੈਠਦੇ ਹਾਂ, ਜਿਹੜੇ ਜੱਜਸ ਨੇ ਉਹ ਕਿਉਂ ਇਮੋਸ਼ਨਲੈਸ ਹੁੰਦੇ ਨੇ, ਕਿਉਂਕਿ ਉਹਨਾਂ ਨੇ ਜਸਟਿਸ ਮਤਲਬ ਉਹਦੇ ਤੇ ਬੇਸ ਤੇ ਕਰਨਾ ਹੈ। ਸੋ ਇਸ ਮੇਰੀ ਧਾਰਨਾ ਹੈ ਕਿ ਇਸ ਨੂੰ ਮਤਲਬ ਜਸਟਿਸ ਜੀ ਠੀਕ ਹੈ। ਬਲਦੇਵ ਜੀ ਇਤਫਾਕ ਰੱਖਦੇ ਹੋ ਜੋ ਸੁਖਦੇਵ ਜੀ ਜਿਹੜੀਆਂ ਗੱਲਾਂ ਕਹਿ ਰਹੇ ਨੇ, ਜਿਵੇਂ ਉਹ ਕਹਿੰਦੇ ਕਿ ਬੱਚਿਆਂ ਦਾ ਕੀ ਕਸੂਰ ਆ, ਪਰ ਮੈਨੂੰ ਲੱਗਦਾ ਕਿ ਜੇ ਇਦਾਂ ਦੀਆਂ ਚੀਜ਼ਾਂ ਨੇ ਤਾਂ ਮੈਨੂੰ ਲੱਗਦਾ ਕਿ ਬਲਦੇਵ ਜੀ ਇਹੀ ਕਾਰਨ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ, ਜਿਹੜੇ ਬਲੈਕ ਸ਼ੀਪ ਹੈਗੀਆਂ ਨੇ, ਜਿਹੜੇ ਕਈ ਵੱਖ-ਵੱਖ ਡਿਪਾਰਟਮੈਂਟਾਂ 'ਚ ਹੀ ਹੁੰਦੀਆਂ ਨੇ, ਕਾਲੀਆਂ ਭੇਡਾਂ ਨੇ, ਉਹਨਾਂ ਦੇ ਜਿਹੜੇ ਹੌਸਲੇ ਤਾਂ ਹੀ ਮੈਨੂੰ ਲੱਗਦਾ ਕਿ ਖੁੱਲ੍ਹ ਜਾਂਦੇ ਨੇ। ਇਹ ਚੀਜ਼ਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਵਾਪਰ ਰਹੀਆਂ ਨੇ, ਕਈ ਵਾਰ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ, ਕਈ ਵਾਰ ਨਹੀਂ ਆ ਪਾਉਂਦੀਆਂ। ਸਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਮੇਰੇ ਜੋ ਮੈਂ ਪੁੱਛਣਾ ਚਾਹੁੰਦੇ ਆ ਤੁਸੀਂ ਖੁਦ ਹੀ ਜਵਾਬ ਦੇ ਦਿੱਤਾ ਹੈ। ਮੈਂ ਸੁਖਦੇਵ ਸਿੰਘ ਦੀ ਓਪੀਨੀਅਨ ਨਾਲ ਬਿਲਕੁਲ ਸਹਿਮਤ ਨਹੀਂ ਹੈ, ਮੇਰੀ ਆਪਣੀ ਪਰਸਨਲ ਗੱਲ ਹੈ ਕਿ ਇਹ ਚਾਹੁੰਦੇ ਹਨ ਜਾਂ ਸਾਡਾ ਸਿਸਟਮ ਚਾਹੁੰਦਾ ਕਿ ਅਸੀਂ ਕ੍ਰਿਮੀਨਲ ਦੇ ਗਲ 'ਚ ਹਾਰ ਪਾਈਏ, ਅਸੀਂ ਉਹਨਾਂ ਪਿਆਰ ਨਾਲ ਸਮਝਾਈਏ। ਇੱਕ ਬੰਦੇ ਨੇ ਕ੍ਰਾਈਮ ਕਰਕੇ, ਕਿਸੇ ਦਾ ਕਤਲ ਕਰਕੇ ਜਾਂ ਕਿਸੇ ਦਾ ਮਿਸਬਿਹੇਵ ਕਰਕੇ, ਰੇਪ ਕਰਕੇ ਉਹ ਇੰਜੋਏ ਕਰ ਰਹੇ ਆ ਕਿ ਇਸ ਨੂੰ ਇੰਜੋਇਮੈਂਟ ਛੱਡ ਦਈਏ ਤਾਂ ਉਹਦੇ 'ਚ ਉਹਨੂੰ ਅਲਾਓ ਕਰੀ ਜਾਈਏ। ਇਹ ਸਾਡੀ ਸੁਸਾਇਟੀ ਬਿਲਕੁਲ ਇਸ ਗੱਲ ਨੂੰ ਮਨਜ਼ੂਰ ਨਹੀਂ ਕਰੇਗੀ। ਮੈਂ ਇਮੋਸ਼ਨਲੀ ਗੱਲ ਨਹੀਂ ਕਰ ਰਿਹਾ, ਇਹ ਲੌਜਿਕ ਹੈ, ਇਸ ਲੌਜਿਕ ਹੈ। ਅਗਰ ਤੁਸੀਂ ਕਿਸੇ ਨਾਲ ਮਿਸਬਿਹੇਵ ਕਰ ਰਹੇ ਹੋ, ਜਿਹੜਾ ਕੋਈ ਵੀ ਪੁਲਿਸ ਦਾ ਸਿਸਟਮ ਹੈ, ਕੋਈ ਸਿਸਟਮ ਇਨਕੁਆਇਰੀ ਵੀ ਪੁਲਿਸ ਵਾਲੇ ਕਰ ਰਹੇ ਹਨ, ਉਹਦਾ ਫੇਵਰ ਪੁਲਿਸ ਵਾਲੇ ਕਰ ਰਹੇ ਹਨ, ਤੇ ਕ੍ਰਿਮੀਨਲ ਤਾਂ ਬਿਲਕੁਲ ਸਕਾਟ ਫ੍ਰੀ ਬਚਦਾ ਹੈ, ਉਹ ਬਹਾਲ ਵੀ ਹੁੰਦਾ ਹੈ, ਟਰਮੀਨੇਸ਼ਨ ਇੱਕਦਮ ਖਤਮ ਹੋ ਜਾਂਦੀ ਆ। ਮੈਂ ਕਹਿੰਦਾ ਬਹੁਤ ਹੀ ਰੇਅਰ ਕੇਸ ਹਨ ਜਿੱਥੇ ਸਾਡੇ ਇੰਡੀਆ ਵਿੱਚ ਕਾਤਲਾਂ ਨੂੰ ਕੋਈ ਸਜ਼ਾ ਮਿਲੀ ਹੋਵੇ। ਇਹ ਬਿਲਕੁਲ ਤੁਸੀਂ ਅਖਬਾਰ ਚੱਕ ਕੇ ਦੇਖ ਲਓ, ਨਿਊਜ਼ਪੇਪਰ ਚੱਕ ਕੇ ਦੇਖੋ, ਤੁਸੀਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਚੱਕੋ, ਹਰ ਥਾਂ ਤੇ ਤੁਸੀਂ ਕਹਿੰਦੇ ਵੀ ਸੋਸ਼ਲ ਬਾਈਕਾਟ ਕਰੋ। ਅਗਰ ਕੋਈ ਬੰਦਾ ਤਕੜਾ ਹੈ, ਉਹਦਾ ਸੋਸ਼ਲ ਬਾਈਕਾਟ ਕਰਨ ਦਾ ਕਿਹੜਾ ਬੰਦਾ ਜੁਰਤ ਰੱਖਦਾ? ਲਿਆਓ ਤਾਂ ਬੰਦਾ ਕੋਈ। ਸਾਡੇ ਪਿੰਡਾਂ ਜਾ ਕੇ ਦੇਖੋ ਤੁਸੀਂ, ਉਹ ਹੱਥ ਬੰਨ੍ਹਦੇ, ਕੋਈ ਗੱਲ ਨਹੀਂ ਜੋ ਤੁਸੀਂ ਕਰਤਾ ਠੀਕ ਆ ਜੀ, ਤੁਹਾਡੇ ਨਾਲ ਹੀ ਆ। ਬਹੁਤ ਸਾਰੇ ਇੱਥੇ ਮੋਗੇ 'ਚ ਘਟਨਾ ਘਟੀ, ਮੈਂ ਇਸ ਸਮੇਂ ਨਾਂ ਨਹੀਂ ਲੈ ਰਿਹਾ, ਉੱਥੇ 2 ਕੁੜੀਆਂ ਦਾ ਕਤਲ ਹੋਇਆ, ਸ਼ਾਇਦ ਤੁਹਾਨੂੰ ਵੀ ਪਤਾ ਹੈ। ਹਾਂਜੀ। ਇਹ ਕਹਿਣ ਦਾ ਮਤਲਬ ਇਹ, ਜਦੋਂ ਬੰਦਾ ਤਾਕਤਵਰ ਹੈ ਨਾ, ਉਹਦਾ ਕੋਈ ਬੰਦਾ ਜੁਰਤ ਨਹੀਂ ਕਰਦਾ। ਮੈਂ ਕਹਿਣਾ ਤਾਕਤਵਰ ਬੰਦੇ ਮੂਹਰੇ ਬੰਦਾ ਹੱਸ ਵੀ ਨਹੀਂ ਸਕਦਾ। ਤੁਸੀਂ ਸਜ਼ਾ ਦੀ ਗੱਲ ਕਰਦੇ ਹੋ, ਸਾਡਾ ਜਿਹੜਾ ਕਾਨੂੰਨ ਤਾਕਤਵਰ ਬੰਦੇ ਦੇ ਸਾਹਮਣੇ ਬਿਲਕੁਲ ਕਮਜ਼ੋਰ ਆ, ਵਿਕਟਮ ਦੇ ਸਾਹਮਣੇ ਬਹੁਤ ਤਕੜਾ। ਵਿਕਟਮਾਈਜ਼ ਜਿਹੜਾ ਵਿਕਟਮ ਹੁੰਦਾ, ਅਖੀਰ ਤੇ ਸਜ਼ਾ ਉਸ ਨੂੰ ਮਿਲਦੀ ਆ, ਔਰ ਤਾਕਤਵਰ ਨੂੰ ਸਜ਼ਾ ਨਹੀਂ ਮਿਲਦੀ। ਮੈਂ ਕਹਿੰਦਾ ਸਾਡਾ ਕਾਨੂੰਨ ਦਾ ਬੜਾ ਢਿੱਲਾ, ਇਹਨੂੰ ਬੜਾ ਤਕੜਾ ਕਰਨ ਦੀ ਲੋੜ ਹੈ। ਇਹ ਇਮੋਸ਼ਨ ਨਹੀਂ, ਇਹ ਲੌਜਿਕ ਆ। ਬਿਲਕੁਲ ਕਾਨੂੰਨ ਨੂੰ ਤਕੜਾ ਕਰਨ ਦੀ ਲੋੜ ਆ, ਬਿਲਕੁਲ ਕਾਨੂੰਨੀ ਤੌਰ ਤੇ ਜਿਹੜੇ ਸਖਤ। ਜੀ ਕੀ ਕਹਿਣਾ ਚਾਹ ਰਹੇ ਸੁਖਦੇਵ ਜੀ? ਜੀ ਗਗਨ ਜੀ, ਮੈਂ ਗੱਲਾਂ ਨਾਲ ਠੀਕ ਹੈ, ਬਲਦੇਵ ਜੀ ਕਹਿ ਰਹੇ ਨੇ, ਮੈਂ ਬਾਰ ਉਸੇ ਗੱਲ ਨੂੰ ਕਵਾਂਗਾ। ਇਹ ਕਹਿੰਦੇ ਕਿਸੇ ਨਾਲ ਲਾ ਨਹੀਂ, ਮਤਲਬ ਕਿਸੇ ਨਾਲ ਜਸਟਿਸ ਨਹੀਂ ਹੋਇਆ। ਤੁਸੀਂ ਦੇਖੋ ਬਹੁਤ ਸਾਰੇ ਆਪਣੇ ਕਾਲਾ ਦੌਰ ਪੰਜਾਬ 'ਚ ਰਿਹਾ, ਬਹੁਤ ਸਾਰੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਧੱਕਾ ਕੀਤਾ, ਬਹੁਤ ਸਾਰੇ 20-30 ਸਾਲ ਤੋਂ ਬਾਅਦ ਵੀ ਟਰੇਸ ਹੋ ਕੇ ਕੇਸ ਉਹਨਾਂ ਨੂੰ ਸਜ਼ਾ ਮਿਲੀ ਹੈ। ਦੇ ਆਰ ਬਿਹਾਈਂਡ ਦਾ ਬਾਰ ਐਂਡ ਸਮ ਪੀਪਲ ਆਰ ਸਟਿਲ ਅੰਡਰ ਦਾ ਪ੍ਰਿਜ਼ਨਰ, ਅਜੇ ਵੀ ਉਹਨਾਂ ਨੂੰ ਮਿਲ ਰਹੀ ਸਜ਼ਾ। ਮੈਂ ਬਾਰ-ਬਾਰ ਐਜ਼ ਏ ਪ੍ਰੋਫੈਸਰ ਮੈਂ ਇਸ ਗੱਲ ਨੂੰ ਕਦੀ ਇਮੋਸ਼ਨਲ ਨਹੀਂ ਹੋਵਾਂਗਾ ਕਿ ਤੁਸੀਂ ਉਹਨਾਂ ਨੂੰ ਫੜ ਕੇ ਮਾਰ ਲਓ। ਸਾਨੂੰ ਕੀ ਰਾਈਟ ਹੈ, ਮੈਨੂੰ ਕੀ ਰਾਈਟ ਹੈ ਕਿ ਮੈਂ ਕ੍ਰਿਮੀਨਲ ਨੂੰ ਕਰਨਾ ਤੇ ਪੁਲਿਸ ਵਾਲੇ ਨਹੀਂ ਨੇ, ਜੱਜ ਨੇ ਕਰਨਾ। ਅਸੀਂ ਆਪਣੇ ਹੱਥ 'ਚ ਕਿਵੇਂ ਲੈ ਸਕਦੇ ਕਿਸੇ ਕੇਸ ਨੂੰ? ਸਪੋਜ਼ ਕਰ ਲਓ ਕਿਸੇ ਨੇ ਕ੍ਰਾਈਮ ਕੀਤਾ ਹੈ ਤੇ ਮੈਂ ਉਹਨੂੰ ਕਿਵੇਂ ਗੋਲੀ ਮਾਰ ਦਾਂਗਾ, ਹਾਂ ਵੀ ਤੈਨੂੰ ਮੈਂ ਛੱਡਣਾ ਨਹੀਂ, ਜਾਂ ਮਤਲਬ ਉਹਨੂੰ ਕ੍ਰਿਮੀਨਲ ਕਰਾਂਗੇ। ਦੇਖੋ ਉਹ ਜਿਹੜੇ ਪ੍ਰੋਸੀਜਰ ਨੇ, ਸਪੋਜ਼ ਕਰ ਲਓ ਜਦੋਂ ਸਾਡੇ ਤੇ ਆਪਣੇ ਤੇ ਪੈਂਦੀ ਹੈ ਨਾ ਜੀ, ਫਿਰ ਗੱਲ ਸਾਡੇ ਵਿਚਾਰ ਹੋਰ ਹੁੰਦੇ ਨੇ। ਸਪੋਜ਼ ਕਰ ਲਓ ਸਾਨੂੰ ਕੋਈ ਸਸਪੈਂਡ ਕਰ ਦਿੰਦਾ ਹੈ, ਮੈਂ ਵੀ ਪ੍ਰੋਫੈਸਰ ਰਿਹਾ, ਆਪਣਾ ਸਰਵਿਸ 'ਚ ਰਿਹਾ, ਇਹ ਵੀ ਰਹੇ ਨੇ ਟੀਚਰ। ਸਪੋਜ਼ ਕਰ ਲਓ ਕੋਈ ਗਲਤੀ ਹੋ ਜਾਂਦੀ ਕਿਸੇ ਬੰਦੇ ਕੋਲੋਂ, ਉਹ ਪ੍ਰੋਸੀਜਰ ਨੂੰ ਫਾਲੋ ਕਰਕੇ ਅਸੀਂ ਕਰੈਕਟ ਕਰ ਸਕਦੇ ਹਾਂ ਕਿ ਕੋਈ ਸਾਨੂੰ ਬੰਦੇ, ਅਸੀਂ ਗਲਤੀ ਕੀਤੀ ਹੈ ਤੇ ਕਹਿੰਦਾ ਜੀ ਕੱਢੋ ਬਲਦੇਵ ਸਿੰਘ ਨੂੰ ਬਾਹਰ, ਅਸੀਂ ਨਹੀਂ ਚਾਹੁੰਦੇ ਇਸ ਬੰਦੇ ਨੂੰ, ਇਹਨਾਂ ਨੇ ਗਲਤੀ ਕੀਤੀ ਹੈ ਜੀ, ਇਹਨਾਂ ਨੇ ਜਾਂ ਮੈਂ ਸੁਖਦੇਵ ਸਿੰਘ ਨੇ ਗਲਤੀ ਕੀਤੀ, ਇਹਨੂੰ ਬਾਹਰ ਕੱਢ ਦਿਓ। ਅਗਲੇ ਬੰਦੇ ਨੂੰ ਕੋਈ ਮੌਕਾ ਤਾਂ ਦਿਓ
ਇੱਕ ਬੰਦੇ ਨੂੰ ਕੋਈ ਦੱਸੋ ਤੇ ਸਹੀ ਵੀ ਹਾਂ ਤੇਰੀ ਆਹ ਗਲਤੀ ਹੈ, ਆਹ ਕਾਨੂੰਨ ਕਹਿੰਦਾ ਹੈ, ਆਹ ਆਈਪੀਸੀ ਕਹਿੰਦੀ ਹੈ, ਆਹ ਧਾਰਾਵਾਂ ਕਹਿੰਦੀਆਂ ਨੇ, ਇਹਦੇ ਅੰਡਰ ਜਿਹੜੇ ਬੰਦੇ ਨੂੰ ਆਪਾਂ ਕੀਤਾ ਹੈ, ਲੈਟ ਅਸ ਹੈਵ ਇਕ ਅਕੈਡਮਿਕ ਡਿਸਕਸ਼ਨ, ਨਾਟ ਇੱਕ ਇਮੋਸ਼ਨਲ ਹੋ ਕੇ ਆਪਾਂ ਬਾਰ-ਬਾਰ ਉਸ ਚੀਜ਼ ਨੂੰ ਨਹੀਂ ਜੀ ਇਹਨੂੰ ਮਾਰ ਦੋ ਜੀ। ਮੈਂ ਕਹਿੰਦਾ ਬਹੁਤ ਸਾਰੇ ਅੱਗੇ ਨਾਲੋਂ ਚੇਂਜ ਵੀ ਆਈ ਹੈ ਸਮਾਜ ਦੇ ਵਿੱਚ, ਤਬਦੀਲੀ ਵੀ ਆਈ ਹੈ। ਉਹ ਵੀ ਸਮਾਂ ਸੀ ਜਦੋਂ ਕਿਸੇ ਨੂੰ ਸੋਚਣ ਦਾ ਸਮਾਂ ਨਹੀਂ ਸੀ। ਐਂ ਤਾਂ ਸਮਾਜ 'ਚ ਇੰਨੀਆਂ ਚੀਜ਼ਾਂ ਸੀ, ਅਨਟੱਚੇਬਿਲਿਟੀ ਸੀ ਕਿ ਲੋਕੀ ਟੱਚ ਕਰਦੇ ਸੀ, ਉਹਦੇ ਕੰਨਾਂ 'ਚ ਪਾ ਦਿੰਦੇ ਸੀ ਢਾਲ ਕੇ, ਤੇ ਜੋ ਟੱਚ ਵੀ ਕਰਨਾ ਤੈਨੂੰ ਬਹੁਤ ਮੁਸ਼ਕਲ, ਇੰਨੀਆਂ ਸਮੱਸਿਆਵਾਂ ਸਾਡੇ ਸਮਾਜ 'ਚ ਭਰੀਆਂ ਹੋਈਆਂ ਸੀ। ਹੌਲੀ ਹੌਲੀ ਤਬਦੀਲੀ ਹੋ ਰਹੀ ਹੈ। ਲੈਟ ਅਸ ਸੀ ਕਿ ਪੰਜਾਬ ਦੀ ਜਿਹੜੀ ਪੁਲਿਸ ਹੈ ਇਸ ਨੂੰ ਵੀ ਇੱਕ ਸੁਧਾਰ ਤਾਂ ਟਾਈਮ ਟੂ ਟਾਈਮ ਹੁੰਦੇ ਰਹਿੰਦੇ ਨੇ ਜੀ। ਇਹ ਗੱਲ ਬਿਲਕੁਲ ਗਲਤ ਹੈ ਕਿ ਅਸੀਂ ਉਹਨਾਂ ਨੂੰ ਸੈਂਸਿਟਾਈਜ਼ ਨਹੀਂ ਕਰ ਸਕਦੇ। ਸਪੋਜ਼ ਕਰੋ ਨਵੀਂ ਟੈਕਨੋਲੋਜੀ ਆ ਗਈ, ਹੁਣ ਨਵੇਂ ਪੁਰਾਣੇ ਬੰਦੇ ਨੂੰ 303 ਬੰਦੂਕ ਆ ਗਈ, ਹੁਣ ਨਵੀਂ ਚੀਜ਼ਾਂ ਆ ਗਈਆਂ, ਉਹਨਾਂ ਨੂੰ ਸਿਖਾਉਣਾ ਨਹੀਂ ਕਿ ਤੁਸੀਂ ਕਿਵੇਂ ਹੈਂਡਲ ਕਰਨਾ ਹੈ। ਬਿਲਕੁਲ ਠੀਕ ਹੈ, ਠੀਕ ਹੈ। ਇੱਕ ਸਮਾਂ ਸਾਡੇ ਕੋਲ ਥੋੜਾ ਜਿਹਾ ਬਾਕੀ ਹੈ। ਇੱਕ ਬਲਦੇਵ ਜੀ ਦਾ ਇੱਕ ਕਮੈਂਟ ਲੈ ਲੈਂਦੇ ਹਾਂ। ਅੱਛਾ ਬਲਦੇਵ ਜੀ, ਥੋੜਾ ਜਿਹਾ ਆਪਾਂ ਇਸ ਤੋਂ ਹਟ ਕੇ ਜੇ ਗੱਲ ਕਰੀਏ, ਜਿਵੇਂ ਵਿਦੇਸ਼ਾਂ ਦੇ ਵਿੱਚ ਟੈਕਨੋਲੋਜੀ ਦੀ ਬਹੁਤ ਵਰਤੋਂ ਹੁੰਦੀ ਹੈ ਪੂਰੀ ਤਰ੍ਹਾਂ ਦੇ ਨਾਲ ਚੈੱਕ ਰੱਖਣ ਦੇ ਲਈ, ਜਿਹੜੇ ਮੁਲਾਜ਼ਮ ਹੈਗੇ ਨੇ ਡਿਊਟੀ ਤੇ, ਜਿਵੇਂ ਬੋਡੀ ਕੈਮਰਾ ਆਉਂਦੇ ਨੇ ਜਿਹੜੇ ਲੱਗ ਜਾਂਦੇ ਨੇ ਡਰੈਸ ਦੇ ਉੱਤੇ, ਇਸ ਤਰ੍ਹਾਂ ਦੀਆਂ ਚੀਜ਼ਾਂ, ਇਹ ਵੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵੀ ਕੁਝ ਹੋ ਸਕਦਾ ਹੈ? ਜਾਂ ਜਿਵੇਂ ਕਈ ਲੋਕ ਕਹਿੰਦੇ ਨੇ ਜਾਂ ਇੰਟਰਨੈਟ ਤੇ ਕਾਫੀ ਚੀਜ਼ਾਂ ਵਾਇਰਲ ਹੁੰਦੀਆਂ ਨੇ ਕਿ ਥਾਣਿਆਂ ਦੇ ਬਾਹਰ ਚੀਜ਼ਾਂ ਲਗਾਈਆਂ ਜਾਣ, ਕੈਮਰੇ ਅੰਦਰ ਲੱਗੇ ਹੋਣ ਤਾਂ ਸਾਰਾ ਕੁਝ ਆ ਜਾਵੇ, ਇਹ ਚੀਜ਼ਾਂ ਲੱਗਦਾ ਕਿ ਪੋਸੀਬਲ ਹੋ ਸਕਦੀਆਂ ਨੇ? ਕੁਝ ਐਦਾਂ ਦਾ ਵੀ ਹੋ ਸਕਦਾ ਵਾ ਸਰ? ਇਦਾਂ ਜਿੱਥੇ ਕ੍ਰਿਮੀਨਲ ਦੇ ਹੌਸਲੇ ਬੁਲੰਦ ਹਨ ਉੱਥੇ ਸਾਰੀ ਟੈਕਨੋਲੋਜੀ ਵੀ ਫੇਲ ਹੁੰਦੀ ਹੈ। ਮੈਂ ਫੇਲ ਹੁੰਦੀ ਦੇਖੀ ਆ। ਠੀਕ ਹੈ, ਤੁਸੀਂ ਵੀ ਦੇਖਦੇ। ਠੀਕ ਹੈ, ਮੈਂ ਕਹਿ ਰਿਹਾ, ਮੈਂ ਬਾਰ-ਬਾਰ ਕਹਿ ਰਿਹਾ, ਅਸੀਂ ਇਮੋਸ਼ਨਲ ਗੱਲ ਨਹੀਂ ਕਰ ਰਹੇ। ਜਿਹੜਾ ਬੰਦਾ ਟ੍ਰੇਨਡ ਮੈਨ ਪਾਵਰ ਆ, ਉਹਨੇ ਟ੍ਰੇਨਿੰਗ ਲਈ ਆ, ਐਜੂਕੇਸ਼ਨ ਲਈ ਆ, ਉਸ ਦੀ ਕੋਈ ਡਿਊਟੀ ਨਹੀਂ ਬਣਦੀ। ਉਹ ਸਾਰੀ ਡਿਊਟੀ ਸਮਾਜ ਤੋਂ ਕਿਉਂ ਆਸ ਰੱਖਦਾ ਕਿ ਮੈਨੂੰ ਭਾਈ ਤੁਸੀਂ ਦੱਸੋ, ਮੈਨੂੰ ਸੈਂਸਿਟਾਈਜ਼ ਕਰੋ, ਮੈਂ ਡਿਊਟੀ ਕਿੱਦਾਂ ਨਿਭਾਉਣੀ ਹੈ? ਜਦੋਂ ਤਨਖਾਹ ਲੈ ਰਿਹਾ, ਟ੍ਰੇਨਿੰਗ ਲਈ ਆ, ਅਪਾਇੰਟਮੈਂਟ ਹੋਈ ਆ, ਅਪਾਇੰਟਮੈਂਟ ਲੈਟਰ ਉਹਦੇ ਹੱਥ 'ਚ ਮਿਲਿਆ, ਅਸੀਂ ਫੇਰ ਵੀ ਇਹਨੂੰ ਮੌਕਾ ਦੇਣ ਵਾਸਤੇ ਕਿਉਂ ਮਜਬੂਰ ਹੋਈਏ? ਆਪਣੇ ਮਜਬੂਰ ਕਿਉਂ ਕਰੀਏ? ਜਿਹੜਾ ਇੱਕ ਮੈਸਨ ਅਨਪੜ੍ਹ ਸਮਾਜ ਆ ਉਹ ਤਾਂ ਉਹਨੂੰ ਟ੍ਰੇਨਿੰਗ ਦੇਵੇ। ਜਿਹੜਾ ਟ੍ਰੇਨਿੰਗ ਲੈ ਗਿਆ ਬੰਦਾ, ਪੁਲਿਸ ਆ ਕੋਈ ਬੰਦਾ, ਉਹ ਕਹਦੇ ਮੈਨੂੰ ਤਾਂ ਪਤਾ ਨਹੀਂ, ਮੇਰੇ ਕੋਲ ਗਲਤੀ ਹੋ ਗਈ। ਇੱਕ ਜਿਹੜੀ ਇਹਨਾਂ ਨੇ ਕਹੀ ਆ ਗਲਤੀ ਹੋ ਗਈ, ਇਹਨੂੰ ਗਲਤੀ ਨਹੀਂ ਕਹਿੰਦੇ, ਇੱਕ ਕ੍ਰਾਈਮ ਹੈ, ਕਾਨੂੰਨ ਦੀ ਨਜ਼ਰ ਕ੍ਰਾਈਮ, ਜਾਣਬੁੱਝ ਕੇ ਕੀਤਾ ਕ੍ਰਾਈਮ ਹੈ। ਠੀਕ ਹੈ, ਠੀਕ ਹੈ। ਨਹੀਂ ਦਿੰਦੇ ਤਾਂ ਕ੍ਰਾਈਮ ਵਧੇਗਾ, ਘਟੇਗਾ ਨਹੀਂ, ਬਿਲਕੁਲ ਨਹੀਂ। ਠੀਕ ਹੈ, ਠੀਕ ਹੈ। ਸੋ ਬਿਲਕੁਲ ਸਾਡੇ ਕੋਲ ਸਮਾਂ ਇੰਨਾ ਹੀ ਸੀ ਜੀ, ਸਮਾਂ ਸਾਡਾ ਇਜਾਜ਼ਤ ਨਹੀਂ ਦਿੰਦਾ। ਤਾਂ ਬਹੁਤ ਵਧੀਆ ਗੱਲਬਾਤ ਕੀਤੀ ਹੈ। ਸਾਡੇ ਨਾਲ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਜੁੜੇ ਸੀ ਜੀ। ਇੱਕ ਕਮੈਂਟ ਆਖਰੀ ਲੈ ਲੈਂਦੇ ਸੁਖਦੇਵ ਜੀ। ਜੀ ਗਗਨ ਜੀ, ਬਹੁਤ ਵਧੀਆ ਡਿਸਕਸ਼ਨ ਹੈ। ਬਸ ਮੈਂ ਇਹੀ ਕਹੂੰਗਾ ਕਿ ਜਿਹੜੀ ਚੀਜ਼ ਹੈ, ਮਤਲਬ ਸਮਾਜ ਦੇ ਵਿੱਚ ਇਹ ਸਪੋਜ਼ ਕਰ ਲਓ ਕੋਈ ਟੀਚਰ ਲੱਗ ਜਾਂਦਾ ਬੰਦਾ, ਉਹਦੇ ਕੋਲ ਕਦੀ ਗਲਤੀ ਨਹੀਂ ਹੋਈ, ਕਿਸੇ ਬੱਚੇ ਨੂੰ ਹੋ ਜਾਂਦੀ ਹੈ, ਕਿਸੇ ਬੱਚੇ ਨੂੰ ਕੁੱਟ ਦਿੰਦਾ, ਕਿਸੇ ਬੱਚੇ ਨੂੰ, ਉਸ ਨੂੰ ਆਪਾਂ ਕੱਢ ਦਿੰਦੇ ਹਾਂ ਚੀਜ਼ ਨੂੰ, ਉਸ ਬੱਚੇ ਨੂੰ ਆਪਾਂ ਮੌਕੇ ਦਿੰਦੇ ਹਾਂ ਕਿ ਹਾਂ ਇਹਨਾਂ ਨੂੰ ਕੋਈ ਸੈੱਟ ਕਰੀਏ। ਜੇ ਐਜੂਕੇਸ਼ਨ ਡਿਪਾਰਟਮੈਂਟ 'ਚ ਰਹਿੰਦੇ ਕਿ ਕਿਸੇ ਟੀਚਰ ਕੋਲ ਗਲਤੀ ਹੋ ਗਈ ਹੈ, ਉਹ ਪੜ੍ਹਿਆ ਲਿਖਿਆ ਬੰਦਾ ਇਨਸਾਨ ਹੈ, ਉਹਦੇ ਕੋਲ ਵੀ ਗਲਤੀ ਹੋ ਜਾਂਦੀ ਹੈ। ਮੈਂ ਕਹਿੰਦਾ ਕ੍ਰਾਈਮ ਕਰ ਲਿਆ। ਕ੍ਰਾਈਮ ਦਾ ਮਤਲਬ ਇਹ ਨਹੀਂ ਕਿ ਬੁਲਟ ਫਾਰ ਬੁਲਟ। ਮੈਂ ਇਸ ਚੀਜ਼ ਨੂੰ ਕਦੀ ਨਹੀਂ ਮੰਨਾਂਗਾ, ਕੋਈ ਥਿਊਰੀ ਨਹੀਂ ਮੰਨਦੀ, ਕੋਈ ਸਿਧਾਂਤ ਨਹੀਂ ਮੰਨਦਾ ਕਿ ਇਹ ਬੁਲਟ ਫਾਰ ਬੁਲਟ ਜਿਹੜੀ ਥਿਊਰੀ ਹੈ ਇਹ ਹਮੇਸ਼ਾ ਸਾਰੇ ਸਮਾਜ 'ਚ, ਸਾਰੇ ਸੰਸਾਰ 'ਚ ਨਹੀਂ ਕਾਮਯਾਬ ਹੋਈ। ਵੀ ਸ਼ੁੱਡ ਹੈਵ ਸਮ ਕਰੈਕਟਿਵ ਮੈਜਰਸ ਫਰਮ ਟਾਈਮ ਟੂ ਟਾਈਮ। ਮੈਂ ਨਹੀਂ ਕਹਿੰਦਾ ਕਿ ਅਨਪੜ੍ਹ ਬੰਦੇ ਟ੍ਰੇਨਡ ਕਰਨਾ ਹੈ। ਦੇਰ ਆਰ ਸਿਸਟਮ, ਦੇਰ ਆਰ ਸਾਰੀ ਅਕੈਡਮੀਆਂ ਬੈਠੀਆਂ ਸਾਡੇ ਕੋਲ, ਸਾਡੇ ਵੱਡੇ ਸਿਸਟਮ ਨੇ ਜਿਹੜੇ ਟ੍ਰੇਨਡ ਕਰਨਗੇ ਬੰਦੇ ਨੂੰ ਕਿ ਮਾਡਰਨ ਟੈਕਨੋਲੋਜੀ ਇੰਨੀ ਯੂਜ਼ਫੁਲ ਹੈ। ਜੇ ਇਹ ਟੈਕਨੋਲੋਜੀ ਨਾ ਹੁੰਦੀ ਤਾਂ ਇਹ ਜਿਹੜਾ ਗੁਰਵਿੰਦਰ ਸਿੰਘ ਵਾਲਾ ਕੇਸ ਬਠਿੰਡੇ ਦਾ ਸਾਡੇ ਸਾਹਮਣੇ ਨਾ ਆਉਂਦਾ। ਬਿਲਕੁਲ ਠੀਕ ਹੈ। ਤਾਂ ਬਿਲਕੁਲ ਧੰਨਵਾਦ। ਬਹੁਤ ਪੱਖ ਨੇ ਪਰ ਵੱਡਾ ਸਵਾਲ ਇਹੀ ਹੈ। ਸੋ ਧੰਨਵਾਦ। ਸਾਡੇ ਨਾਲ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਜੁੜੇ ਸੀ। ਬਿਲਕੁਲ, ਔਰ ਸਮਾਜ ਵਿਗਿਆਨੀ ਡਾਕਟਰ ਸੁਖਦੇਵ ਸਿੰਘ ਜੀ ਜੁੜੇ ਨੇ। ਤਾਂ ਬਹੁਤ ਵਧੀਆ ਗੱਲਬਾਤ ਕੀਤੀ ਹੈ। ਤਮਾਮ ਤਰ੍ਹਾਂ ਦੀਆਂ ਉਹਨਾਂ ਪੱਖਾਂ ਤੇ ਚਰਚਾ ਕੀਤੀ ਹੈ ਕਿ ਜਿਹੜੇ ਇਸ ਵੇਲੇ ਬਹੁਤ ਜ਼ਿਆਦਾ, ਕਿਉਂਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਲਗਾਤਾਰ ਬਹੁਤ ਵੱਡੇ ਸਵਾਲਾਂ ਦੇ ਵਿੱਚ ਹੈ, ਚਾਹੇ ਬਠਿੰਡਾ ਦਾ ਮਾਮਲਾ ਹੋਵੇ, ਫਗਵਾੜੇ ਦਾ ਮਾਮਲਾ ਹੋਵੇ, ਜਾਂ ਇਸ ਤੋਂ ਅਣਗਿਣਤ ਮਾਮਲੇ ਨੇ। ਰੋਜ਼ ਸੋਸ਼ਲ ਮੀਡੀਆ ਭਰਿਆ ਰਹਿੰਦਾ। ਤਾਂ ਮਾਹਰਾਂ ਦੀ ਰਾਏ ਲਈ ਹੈ ਕਿ ਆਖਰ ਉਹ ਕਿਹੜੇ ਕਾਰਨ ਨੇ, ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਆਸ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਲਗਾਤਾਰ ਸਾਡੇ ਨਾਲ ਬਣੇ ਰਹੋ। ਧੰਨਵਾਦ।